ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖਾਲਿਦ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਖਾਲਿਦ ਸਾਹਿਬ। ਹਾਂਜੀ, ਮਿਹਰਬਾਨੀ। ਧੰਨਵਾਦ ਖਾਲਿਦ ਸਾਹਿਬ। ਸਭ ਤੋਂ ਪਹਿਲਾਂ ਮੁਲਕ ਭਰ ਦੇ ਵਿੱਚ ਇੱਕ ਵਿਸ਼ਾ ਚਰਚਾ ਦੇ ਵਿੱਚ ਹੈ ਅਰਵਿੰਦ ਕੇਜਰੀਵਾਲ ਬਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਕੇਜਰੀਵਾਲ ਦੇ ਪੱਖੀ ਜਿਹੜੇ ਨੇ ਰਾਘਵ ਚੱਡਾ ਸਾਹਿਬ ਹੋ ਗਏ, ਜਿਵੇਂ ਉਹ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਕੇਜਰੀਵਾਲ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ। ਜਿਹੜੇ ਇਹਨਾਂ ਦੇ ਸੰਜੇ ਸਿੰਘ ਰਾਜ ਸਭਾ ਮੈਂਬਰ ਨੇ ਉਹ ਕਹਿੰਦੇ ਨੇ ਕਿ ਕੇਜਰੀਵਾਲ ਨਾ ਰੁਕੇ ਨਾ ਰੁਕਣਗੇ। ਮਨੀਸ਼ ਸਿਸੋਦੀਆ ਦੇ ਉੱਤੇ ਸੀਬੀਆਈ ਦਾ ਜਿਹੜਾ ਛਾਪਾ ਪਿਆ ਉਹਨੂੰ ਲੈ ਕੇ ਜਿਹੜੀ ਉਹ ਚਰਚਾ ਪੂਰੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਮੁਲਕ ਭਰ ਦੇ ਵਿੱਚ ਕਰ ਰਹੀ ਹੈ ਕਿ ਇਹ ਸਾਨੂੰ ਬਦਨਾਮ ਕਰ ਰਹੇ ਨੇ। ਸਾਡਾ ਜਿਹੜਾ ਦਿੱਲੀ ਦਾ ਮਾਡਲ ਹੈ ਉਹ ਇੱਕ ਸਫਲ ਮਾਡਲ ਹੈ। ਨਿਊਯਾਰਕ ਟਾਈਮਜ਼ ਦੇ ਵਿੱਚ ਕਹਿੰਦੇ ਖਬਰਾਂ ਲੱਗ ਗਈਆਂ ਸਾਡੀਆਂ, ਭਾਵੇਂ ਉਹ ਐਡਵਰਟਾਈਜ਼ਮੈਂਟ ਦਾ ਹਿੱਸਾ ਹੋਵੇ ਜਾਂ ਇਸ਼ਤਿਹਾਰਬਾਜ਼ੀ ਦਾ ਹੋਵੇ, ਕਿਸੇ ਵੀ ਢੰਗ ਦੇ ਨਾਲ ਮਤਲਬ ਕਿ ਏਦਾਂ ਲੱਗਦਾ ਹੈ ਕਿ ਬੀਜੇਪੀ ਦੇ ਬਨਾਮ ਜਿਹੜੀ ਆਮ ਆਦਮੀ ਪਾਰਟੀ ਹੈ ਏਜੰਡਾ ਇੱਕੋ ਆ, ਹੂਬਹੂ ਕਾਪੀ ਲੱਗਦੀ ਹੈ ਕਿ ਇਸ ਢੰਗ ਦੇ ਨਾਲ ਵਿਚਰ ਰਹੇ ਨੇ, ਉਹਨਾਂ ਦੇ ਏਜੰਡੇ ਨੂੰ ਕਾਟ ਕਰ ਰਹੇ ਨੇ। ਪਰ ਇਹਦੇ ਨਾਲ ਅਰਵਿੰਦ ਕੇਜਰੀਵਾਲ ਤੋਂ ਭਾਜਪਾ ਨੂੰ ਖਤਰਾ ਕਹਿ ਲਓ ਜਾਂ 2024 ਦੀਆਂ ਇਲੈਕਸ਼ਨ ਨੂੰ ਲੈ ਕੇ ਉਹਨਾਂ ਨੂੰ ਏਦਾਂ ਲੱਗਦਾ ਕਿ ਕੇਜਰੀਵਾਲ ਜਿਹੜੇ ਨੇ ਉਹ ਮੋਦੀ ਸਾਹਿਬ ਨੂੰ ਕਿਤੇ ਲੰਘ ਕੇ ਅੱਗੇ ਨਾ ਨਿਕਲ ਜਾਣ। ਦੇਖੋ, ਇਦਾਂ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਐਸੀ ਮੂਵਮੈਂਟ ਦੀ ਪ੍ਰੋਡਕਟ ਹੈ ਜਿਹਨੂੰ ਕਿ ਅੰਨਾ ਹਜ਼ਾਰੇ ਦੀ ਮੂਵਮੈਂਟ ਕਿਹਾ ਜਾਂਦਾ ਹੈ, ਜਿਹਨੂੰ ਕਿ ਕਿਹਾ ਜਾਂਦਾ ਹੈ ਕਿ ਅਗੇਂਸਟ ਕਰਪਸ਼ਨ, ਇੰਡੀਆ ਅਗੇਂਸਟ ਕਰਪਸ਼ਨ ਇੱਕ ਮੂਵਮੈਂਟ ਚੱਲੀ ਸੀਗੀ। ਔਰ ਅੰਨਾ ਹਜ਼ਾਰੇ ਨੇ ਜਿਹੜੀ ਭੀੜ ਜੁਟਾਈ ਸੀਗੀ ਉਹਦੇ ਵਿੱਚ ਮੈਕਸਿਮਮ ਲੋਕ ਜਿਹੜੇ ਜਨਤਾ ਭੇਜੀ ਸੀ ਉਹ ਬੀਜੇਪੀ ਆਰਐਸਐਸ ਨਹੀਂ ਭੇਜੀ ਸੀ ਉਸ ਵੇਲੇ ਕਾਂਗਰਸ ਨੂੰ ਫੇਲ ਕਰਨ ਵਾਸਤੇ। ਅਗਰ ਆਪਾਂ ਇਹ ਕਿਹਾ ਜਾਵੇ ਕਿ ਕੁਝ ਹੱਦ ਤੱਕ ਕੇਜਰੀਵਾਲ ਆਰਐਸਐਸ ਬੀਜੇਪੀ ਦੀ ਹੀ ਪ੍ਰੋਡਕਟ ਹੈ, ਕਿਉਂਕਿ ਉਸੇ ਮੂਵਮੈਂਟ ਦੇ ਵਿੱਚੋਂ ਨਿਕਲਿਆ ਤੇ ਕੋਈ ਅਤਕਥਨੀ ਨਹੀਂ ਹੋਏਗੀ। ਦੂਸਰੀ ਚੀਜ਼ ਇਹ ਹੈਗੀ ਹੈ, ਤੁਸੀਂ ਕਿਹਾ ਕਿ ਉਹਨਾਂ ਨੂੰ ਖੜਾ ਕੀਤਾ ਜਾ ਰਿਹਾ ਹੈ ਅਗੇਂਸਟ ਨਰਿੰਦਰ ਮੋਦੀ, ਮੋਦੀ ਵਰਸਸ ਕੇਜਰੀਵਾਲ। ਦੇਖੋ, ਆਪਾਂ ਨੂੰ ਕਈ ਚੀਜ਼ਾਂ ਨਾ ਸਪਸ਼ਟ ਹੋਣੀਆਂ ਚਾਹੀਦੀਆਂ ਹਨ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਮੋਦੀ ਦੇ ਪਿੱਛੇ ਇੱਕ ਬਹੁਤ ਵੱਡਾ ਸੰਗਠਨ ਆਰਐਸਐਸ ਤੇ ਉਹਦੇ ਨਾਲ ਜੁੜੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਖੜੀਆਂ ਨੇ, ਔਰ ਪੂਰੇ ਕੰਟਰੀ ਦੇ ਵਿੱਚ ਹੈ, ਉਹ ਕਿਸੇ ਇੱਕ ਇਲਾਕੇ ਜਾਂ ਕਿਸੇ ਇੱਕ ਸਟੇਟ ਦੇ ਵਿੱਚ ਨਹੀਂ ਹਨ। ਜਦ ਕਿ ਕੇਜਰੀਵਾਲ ਜਿਹੜਾ ਹੈਗਾ ਉਹ ਹਜੇ ਤੱਕ ਵੀ ਆਪਣੇ ਦਿੱਲੀ ਦਾ ਸੀਐਮ ਹੈ ਤੇ ਹੁਣ ਉਹਨਾਂ ਨੂੰ ਪੰਜਾਬ ਦੇ ਵਿੱਚ ਸੀਐਮਸ਼ਿਪ ਮਿਲ ਗਈ ਹੈ ਜਾਂ ਉਹਨਾਂ ਦੀ ਸਰਕਾਰ ਬਣ ਗਈ ਹੈ। ਅਸਲ ਗੱਲ ਜਿਹੜੀ ਹੈਗੀ ਹੈ ਉਹ ਮੋਦੀ ਵਰਸਸ ਕੇਜਰੀਵਾਲ ਨਹੀਂ ਹੈ, ਬਲਕਿ ਕਿਆ ਕੇਜਰੀਵਾਲ ਆਪਣੇ ਆਪ ਨੂੰ ਗੁਜਰਾਤ ਤੇ ਹਿਮਾਚਲ ਦੇ ਵਿੱਚ ਅੱਗੇ ਵਧਾ ਸਕਦਾ ਹੈ, ਜਿਹਦੀ ਕਿ ਉਹ ਕੋਸ਼ਿਸ਼ ਕਰ ਰਹੇ ਹਨ। ਉਹਨੂੰ ਰੋਕਣ ਵਾਸਤੇ ਬੀਜੇਪੀ ਵੱਲੋਂ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਔਰ ਜਿਹਦੀ ਵਜ੍ਹਾ ਕਰਕੇ ਅਗਰ ਤੁਸੀਂ ਨੈਸ਼ਨਲ ਲੈਵਲ ਤੇ ਦੇਖੋ ਤਾਂ ਕਿਤੇ ਵੀ ਕੋਈ ਜੋੜ ਨਹੀਂ ਹੈ ਕੇਜਰੀਵਾਲ ਵਰਸਸ ਮੋਦੀ ਦਾ। ਲੇਕਿਨ ਅਗਰ ਰੀਜਨਲ ਲੈਵਲ ਤੇ ਤੁਸੀਂ ਦੇਖੋ ਤਾਂ ਕੇਜਰੀਵਾਲ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ, ਖਾਸ ਤੌਰ ਪਰ ਇਹ ਦੋ ਸਟੇਟ ਦੇ ਵਿੱਚ ਜਿੱਥੇ ਇਲੈਕਸ਼ਨ ਆ ਰਿਹਾ ਹੈ। ਉਹੀ ਸਾਰੀਆਂ ਜਿਹੜੀਆਂ ਫ੍ਰੀ ਬੀਜ਼ ਆਪਾਂ ਕਹਿ ਰਹੇ ਹਾਂ ਕਿ ਅਸੀਂ ਆਹ ਚੀਜ਼ ਮੁਫਤ ਦੇ ਦਿਆਂਗੇ, ਅਸੀਂ ਬਿਜਲੀ ਮੁਫਤ ਕਰ ਦਿਆਂਗੇ, ਜਿਹੜੀਆਂ ਪੰਜਾਬ ਦੇ ਵਿੱਚ ਸੀਗਾ ਉਹੀ ਸਾਰੀਆਂ ਚੀਜ਼ਾਂ ਉੱਥੇ ਵੀ ਕਹੀਆਂ ਜਾ ਰਹੀਆਂ ਹਨ। ਉੱਥੇ ਵੀ ਮਹਿਲਾਵਾਂ ਵਾਸਤੇ ਤੇ ਹੋਰ ਸਾਰਾ ਕੁਝ ਉਹੀ ਹੋ ਰਿਹਾ ਹੈ। ਤਾਂ ਬੀਜੇਪੀ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਅਗਰ ਅੱਗੇ ਵੱਧਦਾ ਹੈ ਤਾਂ ਉਹਦੇ ਨਾਲ ਸਾਨੂੰ ਖਤਰਾ ਹੋ ਸਕਦਾ ਹੈ, ਕਿਉਂਕਿ ਇੱਕ ਐਂਟੀ ਇਨਕੰਬੈਂਸੀ ਵੀ ਹੁੰਦੀ ਹੈ, ਦੂਸਰੇ ਉੱਤੇ ਕਾਂਗਰਸ ਵੀ, ਹਾਲਾਂਕਿ ਇੰਨਾ ਚਿਰ ਤੋਂ ਬੀਜੇਪੀ ਦੀ ਸਰਕਾਰ ਹੈ ਲੇਕਿਨ ਕਾਂਗਰਸ ਫੇਰ ਵੀ ਉੱਥੇ ਖੜੀ ਹੈ ਐਜ਼ ਏ ਪੋਲੀਟੀਕਲ ਪਾਰਟੀ। ਤਾਂ ਇੱਕ ਹੋਰ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਅਰਵਿੰਦ ਕੇਜਰੀਵਾਲ ਮੈਕਸਿਮਮ ਹਿੱਟ ਜਿਹੜਾ ਹੈਗਾ ਉਹ ਕਾਂਗਰਸ ਦੇ ਵੋਟ ਬੈਂਕ ਨੂੰ ਕਰਦਾ ਹੈ। ਜੀ ਬਿਲਕੁਲ। ਦੇਖੋ ਜਿਹੜੀ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਹੈ ਤੇ 15 ਰਾਜਾਂ 'ਚ ਸਰਕਾਰ ਹੈ, ਉਹਦੇ ਵੋਟਰ ਨੂੰ ਤੋੜਨਾ ਬੜਾ ਔਖਾ ਹੈ। ਔਰ ਖਾਸ ਤੌਰ ਪਰ ਇੱਕ ਹਿੰਦੂਤਵ ਦੀ ਵਿਚਾਰਧਾਰਾ ਦੇ ਉੱਪਰ ਖੜੇ ਹੈ ਜਿਹਦੀ ਐਕਸੈਪਟੇਬਿਲਿਟੀ ਉਹਨਾਂ ਨੇ ਬਣਾਈ ਹੋਈ ਹੈ, ਖਾਸ ਤੌਰ ਪਰ ਕੋ ਬੈਲਟ ਦੇ ਵਿੱਚ ਜਿਹੜਾ ਹਿੰਦੀ ਹਾਰਟਲੈਂਡ ਹੈ ਉਹਦੇ ਵਿੱਚ ਉਹਨੂੰ ਤੋੜਨਾ ਬੜਾ ਔਖਾ ਹੈ। ਕਿਉਂ ਟੁੱਟੂਗਾ ਵੋਟਰ? ਕਾਂਗਰਸ ਦਾ ਵੋਟਰ ਤੋੜੂਗਾ। ਕਾਂਗਰਸ ਦੇ ਵੋਟਰ ਉਹਨੂੰ ਇਹ ਕਹਿ ਰਿਹਾ ਵੀ ਕਾਂਗਰਸ ਨੂੰ ਅਸੀਂ ਖਤਮ ਕਰ ਦੇਣਾ। ਦੇਖੋ, ਦਿੱਲੀ ਦੇ ਵਿੱਚ ਮੈਕਸਿਮਮ ਵੋਟ ਜਿਹੜੀ ਗਈ ਹੈ ਕਾਂਗਰਸ ਦੀ ਗਈ ਹੈ ਆਮ ਆਦਮੀ ਪਾਰਟੀ ਨੂੰ, ਔਰ ਇਸੇ ਤਰੀਕੇ ਦੇ ਨਾਲ
ਪੰਜਾਬ ਦੇ ਵਿੱਚ ਵੀ ਅੱਛੀ ਖਾਸੀ ਕਾਂਗਰਸ ਦੀ ਵੋਟ, ਈਵਨ ਅਕਾਲੀ ਵੋਟ ਜਿਹੜੀ ਹੈਗੀ ਹੈ ਉਹ ਇਹਨੂੰ ਗਈ ਹੈ, ਔਰ ਬੀਜੇਪੀ ਦੀ ਵੋਟ ਸ਼ੇਅਰ ਉੱਪਰ ਆਇਆ ਪਿਛਲੇ ਇਲੈਕਸ਼ਨ ਦੇ ਵਿੱਚ ਜੀ। ਤਾਂ ਇਹ ਚੀਜ਼ ਨੂੰ ਅਗਰ ਆਪਾਂ ਸਾਹਮਣੇ ਰੱਖੀਏ ਤਾਂ ਇਹ ਕਿਤੇ ਵੀ ਇਹ ਨਹੀਂ ਹੈ ਕਿ ਨੈਸ਼ਨਲ ਲੈਵਲ ਤੇ ਪ੍ਰਾਈਮ ਮਿਨਿਸਟਰ ਦੀ ਉਹਦੇ ਵਿੱਚ ਕੋਈ ਟੱਕਰ ਦੇ ਸਕਦਾ ਹੈ ਅਰਵਿੰਦ ਕੇਜਰੀਵਾਲ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਤੁਹਾਨੂੰ ਸਾਊਥ ਦੇ ਵਿੱਚ, ਨਾਰਥ ਈਸਟ ਦੇ ਵਿੱਚ ਇੰਡੀਆ ਬਹੁਤ ਵੱਡਾ ਹੈ ਔਰ ਸਾਰਿਆਂ 'ਚ ਐਕਸੈਪਟੇਬਿਲਿਟੀ ਆਪਣੀ ਬਣਾਉਣੀ ਪਏਗੀ। ਇਹ ਚੀਜ਼ਾਂ ਨੂੰ ਅਗਰ ਆਪਾਂ ਦੇਖਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ, ਹਾਂ ਇੰਨਾ ਜ਼ਰੂਰ ਹੈ ਕਿ ਅਗਲਾ ਆਪਣੀ ਕੋਸ਼ਿਸ਼ ਕਰ ਰਿਹਾ, ਡੈਮੋਕ੍ਰੇਸੀ ਹੈ, ਲੋਕਤੰਤਰ ਦੇ ਵਿੱਚ ਹਰੇਕ ਵਿਅਕਤੀ ਆਪਣੀ ਕੋਸ਼ਿਸ਼ ਕਰ ਸਕਦਾ, ਉਹਦਾ ਪੂਰਾ ਅਧਿਕਾਰ ਹੈ। ਤੇ ਇਸੇ ਕਰਕੇ ਉਹ ਕਹਿੰਦੇ ਆ ਕਿ ਅਸੀਂ ਨਾਰਥ ਦੇ ਵਿੱਚ ਜੇ ਦਿੱਲੀ ਕਬਜ਼ੇ 'ਚ ਕਰ ਲਈਏ, ਪੰਜਾਬ ਆ ਗਿਆ, ਤਾਂ ਅਗਰ ਹਿਮਾਚਲ ਔਰ ਗੁਜਰਾਤ ਵੀ ਆ ਜਾਂਦਾ ਤਾਂ ਅਸੀਂ ਇੱਕ ਵੱਡੀ ਫੋਰਸ ਬਣ ਕੇ ਨੈਸ਼ਨਲ ਲੈਵਲ ਤੇ ਉੱਭਰ ਸਕਦੇ ਹਾਂ। ਉਸ ਵੱਲ ਇੱਕ ਕਦਮ ਹੈ ਜੀ। ਖਾਲਸਾ ਪਰ ਡਰ ਕਿਸ ਗੱਲ ਦਾ ਹੈ ਬੀਜੇਪੀ ਨੂੰ? ਜੇ ਇੰਨੀ ਵੱਡੀ ਪਾਰਟੀ ਹੈ ਤਾਂ ਅਰਵਿੰਦ ਕੇਜਰੀਵਾਲ ਤਾਂ ਹਲੇ ਸਿਰਫ 2 ਸਟੇਟਾਂ ਦੇ ਵਿੱਚ ਮਾਰ ਕਰ ਚੁੱਕੇ ਨੇ, ਬਾਕੀ ਸਟੇਟਾਂ ਦੇ ਵਿੱਚ ਹਲੇ ਪੈਰ ਪਸਾਰ ਨੇ ਬਾਕੀ ਨੇ। ਪਰ ਨਾਲੋਂ ਨਾਲ ਜਦੋਂ ਮਨੀਸ਼ ਸਿਸੋਦੀਆ ਦੀ ਗੱਲ ਆਉਂਦੀ ਹੈ, ਉਹਨਾਂ ਤੇ ਸੀਬੀਆਈ ਦੇ ਛਾਪੇ ਵੱਜਦੇ ਨੇ, ਤਾਂ ਸਾਰੀ ਪਾਰਟੀ ਆਮ ਆਦਮੀ ਪਾਰਟੀ ਇੱਕ ਪਲੇਟਫਾਰਮ ਤੇ ਆ ਜਾਂਦੀ ਹੈ ਕਿ ਇਹ ਸਾਨੂੰ ਨਿਸ਼ਾਨਾ ਬਣਾ ਰਹੇ ਨੇ, ਸਿੱਖਿਆ ਦੇ ਮਾਡਲ ਨੂੰ, ਦਿੱਲੀ ਦੇ ਮਾਡਲ ਨੂੰ ਨਿਸ਼ਾਨਾ ਬਣਾ ਰਹੇ ਨੇ। ਨਾਲੋਂ ਨਾਲ ਨਿਊਯਾਰਕ ਟਾਈਮਜ਼ ਦੀ ਖਬਰ ਦੀ ਵੀ ਗੱਲ ਕਰਦੇ ਨੇ। ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਸ਼ਰਾਬ ਦੀ ਪਾਲਿਸੀ ਹੈ ਉਹ ਫਿਰ ਵਾਪਸ ਕਿਉਂ ਲੈਣੀ ਪਈ ਜੇ ਇਹ ਇੰਨੀ ਪਾਕ ਸਾਫ਼ ਨੇ? ਦੇਖੋ 3 ਚੀਜ਼ਾਂ ਇਹਦੇ ਵਿੱਚ ਹੈਗੀਆਂ। ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਕਿ ਬੀਜੇਪੀ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਦਿੱਲੀ ਦੇ ਵਿੱਚ ਬਾਰ-ਬਾਰ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਪਰ ਵੀ ਕਤਰੇ ਗਏ ਹੈ, ਲੈਫਟੀਨੈਂਟ ਜਨਰਲ ਨੂੰ ਵੀ ਜ਼ਿਆਦਾ ਪਾਵਰਾਂ ਦਿੱਤੀਆਂ ਗਈਆਂ। ਤੁਸੀਂ ਇਹ ਦੇਖੋ, ਜਿਸ ਵੇਲੇ ਬੀਜੇਪੀ 2014 ਦਾ ਇਲੈਕਸ਼ਨ ਜਿੱਤ ਕੇ ਆਈ ਸੀਗੀ, ਉਸ ਤੋਂ ਥੋੜੇ ਦਿਨ ਬਾਅਦ ਹੀ ਦਿੱਲੀ ਦਾ ਇਲੈਕਸ਼ਨ ਹਾਰ ਗਈ। ਉਸ ਤੋਂ ਬਾਅਦ ਵੀ ਹਾਰ ਗਈ, ਹਾਲਾਂਕਿ ਹੋਰ ਆਲੇ ਦੁਆਲੇ ਹਰਿਆਣੇ 'ਚ ਉਹਨਾਂ ਦੀ ਸਰਕਾਰ ਹੈ, ਮੱਧ ਪ੍ਰਦੇਸ਼ ਸਰਕਾਰ ਹੈ, ਯੂਪੀ ਦੀ ਸਰਕਾਰ ਹੈ, ਦਿੱਲੀ ਕਬਜ਼ੂ ਨਹੀਂ ਆ ਰਹੀ। ਇਸ ਕਰਕੇ ਉਹਨਾਂ ਨੂੰ ਹੈਗਾ ਕਿ ਇਹਨੂੰ ਇਹ ਤੋਂ ਅੱਗੇ ਵਧਣ ਨਹੀਂ ਦੇਣਾ, ਜਿਹਦੀ ਵਜ੍ਹਾ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ। ਨੰਬਰ 1। ਦੂਸਰੀ ਤੁਸੀਂ ਜਿਹੜੀ ਗੱਲ ਕੀਤੀ ਹੈਗੀ ਹੈ ਉਹ ਹੈਗੀ ਹੈ ਕਿ ਬੀਜੇਪੀ ਜਿਹੜੀ ਹੈਗੀ ਹੈ ਕਿਆ ਉਹ ਇਹ ਜਿਹੜੇ ਛਾਪੇ ਵਗੈਰਾ ਮਾਰ ਰਹੀ ਹੈ ਇਸੇ ਕਰਕੇ ਮਾਰ ਰਹੀ ਹੈ? 2 ਚੀਜ਼ਾਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਆਈਆਂ ਸਾਹਮਣੇ। ਪਹਿਲੀ ਚੀਜ਼ ਤਾਂ ਹੈਗੀ ਹੈ, ਉਹ ਕਹਿੰਦੇ ਸਾਡਾ ਜਿਹੜਾ ਦਿੱਲੀ ਦਾ ਮਾਡਲ ਹੈ ਉਹਦੇ ਬਾਰੇ ਅਖਬਾਰ ਦੇ ਵਿੱਚ ਖਬਰ ਛਪੀ ਹੈ, ਨਿਊਯਾਰਕ ਟਾਈਮ ਦੇ ਵਿੱਚ, ਜਦ ਕਿ ਬੀਜੇਪੀ ਵਾਲੇ ਕਹਿੰਦੇ ਆ ਕਿ ਨਹੀਂ ਜੀ ਇਹ ਤਾਂ ਐਵੇਂ ਪੈਸੇ ਦੇ ਕੇ, ਇਹ ਤਾਂ ਖਾਲਿਸਤਾਨੀਆਂ ਨੇ ਲਾਈ ਹੋਈ ਹੈ ਖਬਰ, ਇਹ ਤਾਂ ਪੈਸੇ ਦੇ ਕੇ ਲਵਾਈ ਹੈ ਵਗੈਰਾ ਵਗੈਰਾ। ਲੇਕਿਨ ਚਾਹੇ ਉਹ 5ਵੇਂ ਪੇਜ ਤੇ ਲੱਗੀ ਹੈ, ਚਾਹੇ 8ਵੇਂ ਤੇ ਲੱਗੀ ਹੈ, ਚਾਹੇ ਐਡਵਰਟਾਈਜ਼ਮੈਂਟ ਹੈ, ਚਾਹੇ ਕੁਝ ਹੈ, ਲੇਕਿਨ ਬਹਿਰਹਾਲ ਨਿਊਯਾਰਕ ਟਾਈਮ ਦੇ ਵਿੱਚ ਉਹਨਾਂ ਦਾ ਨਾਮ ਹੈ। ਅਗਲਾ ਉਹਨੂੰ ਭੁਨਾਉਣ ਦੀ ਕੋਸ਼ਿਸ਼ ਕਰ ਰਿਹਾ। ਜਿੱਥੇ ਤੱਕ ਸਵਾਲ ਹੈ ਜਿਹੜਾ ਅੱਜ ਦਾ ਛਾਪਾ ਹੈ, ਇਹ ਆਪਾਂ ਸਾਰਿਆਂ ਨੂੰ ਪਤਾ ਹੈ ਡੈਫੀਨਿਟਲੀ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਈਡੀ ਦਾ, ਸੀਬੀਆਈ ਦਾ, ਇਨਕਮ ਟੈਕਸ ਦਾ ਔਰ ਐਨਆਈਏ ਦਾ, ਜਿਹੜੀਆਂ ਸੈਂਟਰਲ ਏਜੰਸੀਜ਼ ਹੈ, ਉਹਨਾਂ ਦਾ ਆਪੋਜੀਸ਼ਨ ਦੇ ਖਿਲਾਫ, ਆਪੋਜੀਸ਼ਨ ਦੇ ਲੀਡਰਾਂ ਨੂੰ ਜਿਹੜਾ ਹੈਗਾ ਕਟਹਿਰੇ 'ਚ ਖੜਾ ਕਰਨ ਵਾਸਤੇ ਉਹਨਾਂ ਦੇ ਉੱਪਰ ਛਾਪੇ ਮਰਵਾਉਣਾ, ਇਹ ਸਾਰਾ ਕੁਝ ਚੱਲ ਰਿਹਾ। ਤੁਸੀਂ ਵੈਸਟ ਬੰਗਾਲ 'ਚ ਦੇਖ ਲਓ, ਤੁਸੀਂ ਮਹਾਰਾਸ਼ਟਰ ਦੇ ਵਿੱਚ ਦੇਖ ਲਓ, ਤੁਸੀਂ ਯੂਪੀ ਦੇ ਵਿੱਚ ਦੇਖ ਲਓ, ਤੁਸੀਂ ਜਿੱਥੇ ਮਰਜ਼ੀ ਦੇਖ ਲਓ, ਇਹ ਸਭ ਚੱਲ ਰਿਹਾ। ਔਰ ਆਪੋਜੀਸ਼ਨ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਇਹਦੇ ਅਗੇਂਸਟ ਜਿਹੜੀਆਂ ਹੈਗੀਆਂ ਸ਼ੋਰ ਮਚਾ ਰਹੀਆਂ। ਈਵਨ ਆਮ ਆਦਮੀ ਪਾਰਟੀ ਨੇ ਵੀ ਅੱਜ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਕੇਜਰੀਵਾਲ ਨੇ ਵੀ ਔਰ ਉਹਨਾਂ ਦੇ ਦੂਸਰੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਵੀ ਇਹ ਚੀਜ਼ ਨੂੰ ਕਿਹਾ ਕਿ ਹਾਂ ਵੀ ਤੁਸੀਂ ਕੁਝ ਮਰਜ਼ੀ ਕਰ ਲਓ, ਅਸੀਂ ਸਹਿਯੋਗ ਕਰਾਂਗੇ। ਪਹਿਲਾਂ ਵੀ ਕਦੇ ਕੁਝ ਨਹੀਂ ਨਿਕਲਿਆ ਸਾਡੇ ਕੋਲੋਂ, ਹੁਣ ਵੀ ਸਾਨੂੰ ਵਿਸ਼ਵਾਸ ਹੈ ਕੁਝ ਨਹੀਂ ਨਿਕਲੇਗਾ। ਲੇਕਿਨ ਇਹ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਜਿਹੜੀ ਹੈਗੀ ਹੈ ਉਹ ਇਸ ਤਰੀਕੇ ਦੇ ਨਾਲ ਜਿਹੜੀਆਂ ਆਮ ਆਦਮੀ ਪਾਰਟੀ ਦੇ ਲੀਡਰ ਹੈ ਉਹਨਾਂ ਨੂੰ ਇੱਕ ਤਰ੍ਹਾਂ ਡਰਾਵਾ ਦੇਣਾ ਜਾਂ ਧਮਕਾਉਣਾ ਜਾਂ ਸਮਝ ਲਓ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਥੱਲੇ ਲਾਉਣ ਵਾਲੀ ਗੱਲ ਹੈ। ਹੁਣ ਰੀਸੈਂਟਲੀ ਮੈਂ ਤੁਹਾਨੂੰ ਦੱਸਦਾ ਕਿ ਸਿੰਗਾਪੁਰ ਦੇ ਵਿੱਚ ਕੋਈ ਸੈਮੀਨਾਰ ਵਗੈਰਾ ਹੋਣਾ ਸੀਗਾ, ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਨਿਯੁਤਾ ਦਿੱਤਾ ਗਿਆ, ਬੁਲਾਇਆ ਗਿਆ, ਲੇਕਿਨ ਉਹਨੂੰ ਅਲਾਉ ਨਹੀਂ ਕੀਤਾ ਗਿਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਹੈਗੇ ਆ ਕਿ ਬੀਜੇਪੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਕੇਜਰੀਵਾਲ ਨੂੰ ਹਰ ਤਰੀਕੇ ਦੇ ਨਾਲ ਘੇਰ ਕੇ ਸਮਝ ਲਓ ਉਹਨੂੰ ਅੱਗੇ ਨਹੀਂ ਵਧਣਾ ਦੇਣਾ ਚਾਹੁੰਦੀ।
ਖਾਸ ਤੌਰ ਪਰ ਜਿਸ ਵੇਲੇ 2 ਇਲੈਕਸ਼ਨ ਆ ਰਹੇ ਆ ਔਰ ਉਹਦੇ ਵਿੱਚ ਕੇਜਰੀਵਾਲ ਭਗਵੰਤ ਮਾਨ ਨੂੰ ਨਾਲ ਲੈ ਕੇ ਰੈਲੀਆਂ ਕਰ ਰਹੇ ਆ, ਉੱਥੇ ਈਵਨ ਸਿਸੋਦੀਆ ਵੀ ਨਾਲ ਹੈ, ਤਾਂ ਉਹਦੇ ਪਰ ਬੀਜੇਪੀ ਨੂੰ ਇੱਕ ਖਤਰਾ ਨਜ਼ਰ ਆ ਰਿਹਾ ਹੈ ਕਿ ਇਸ ਤਰੀਕੇ ਇਹ ਨਾ ਹੋਵੇ ਕਿ ਸਾਡੇ ਕੋਲੋਂ ਇਹ 2 ਪੱਕੇ ਸਟੇਟ ਹੱਥੋਂ ਨਿਕਲ ਜਾਣ। ਜੀ, ਪਰ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਨਿਸ਼ਾਨੇ ਤੇ ਲੈਣਾ ਜਾਂ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਨਿਸ਼ਾਨੇ ਤੇ ਲੈਣਾ, ਖਾਲਿਦ ਸਾਹਿਬ ਇਹ ਕਿਤੇ ਨਾ ਕਿਤੇ ਕੋਈ ਲੁਕਵਾਂ ਏਜੰਡਾ ਤਾਂ ਨਹੀਂ ਲੱਗਦਾ ਭਾਜਪਾ ਦਾ? ਜਿਵੇਂ ਭਾਜਪਾ ਇਹ ਗੱਲ ਕਹਿੰਦੀ ਹੈ ਕਿ ਅਸੀਂ ਕਾਂਗਰਸ ਮੁਕਤ ਭਾਰਤ ਕਰਨਾ ਹੈ ਤੇ ਕਾਂਗਰਸ ਦੀ ਜਿਹੜੀ ਵੋਟ ਬੈਂਕ ਹੈ ਉਹ ਵੀ ਕਿਸੇ ਨਾ ਕਿਸੇ ਬਦਲਾਅ ਦੀ ਉਡੀਕ ਦੇ ਵਿੱਚ ਹੈ ਕਿ ਕੋਈ ਨਵਾਂ ਬਦਲਾਅ ਆਵੇ, ਕੋਈ ਨਵੀਂ ਧਿਰ ਆਵੇ, ਅਸੀਂ ਉਸ ਪਾਸੇ ਵੱਲ ਨੂੰ ਜਾਈਏ, ਜਾਂ ਕਹਿ ਲਓ ਕਿ ਜਿਹੜੇ ਬਦਲਾਅ ਦੀ ਗੱਲ ਕਰਦੇ ਨੇ ਉਹਨਾਂ ਦੀ ਵੀ ਜਿਹੜਾ ਵੋਟ ਬੈਂਕ ਹੈ ਉਹ ਇਹੀ ਬਣਿਆ ਹੋਇਆ ਹੈ ਕਿ ਜਿਹੜੇ ਦੂਜਿਆਂ ਵੱਲੋਂ ਟੁੱਟਦੇ ਨੇ ਉਹ ਸਾਡੇ ਵਾਲੇ ਪਾਸੇ ਆ ਜਾਣ। ਤੇ ਉਹ ਕਿਤੇ ਆਮ ਆਦਮੀ ਪਾਰਟੀ ਤਾਂ ਨਹੀਂ ਕਿ ਉਹਨੂੰ ਜਾਣਬੁੱਝ ਕੇ ਉਭਾਰਿਆ ਜਾਏ, ਉਹਨੂੰ ਨਿਸ਼ਾਨੇ ਤੇ ਰੱਖਿਆ ਜਾਏ, ਨਹੀਂ ਤਾਂ ਇੰਨੀ ਕੋਈ ਵੱਡੀ ਚੁਣੌਤੀ ਹੈ ਨਹੀਂ ਅਰਵਿੰਦ ਕੇਜਰੀਵਾਲ, ਪਰ ਬੀਜੇਪੀ ਇਸ ਨੂੰ ਬਹੁਤ ਵੱਡੀ ਚੁਣੌਤੀ ਬਣਾ ਕੇ ਚੱਲ ਰਹੀ ਹੈ 2024 ਦੇ ਲਈ। ਦੇਖੋ ਏਦਾਂ ਹੈਗਾ ਕਿ 2024 ਦੇ ਵਿੱਚ ਨੈਸ਼ਨਲ ਲੈਵਲ ਤੇ ਕਿਹੜੀ ਆਪੋਜੀਸ਼ਨ ਦਾ ਲੀਡਰ ਉੱਭਰਦਾ ਹੈ, ਉਹ ਨਿਤੀਸ਼ ਕੁਮਾਰ ਹੈ, ਉਹ ਰਾਹੁਲ ਗਾਂਧੀ ਹੈ ਜਾਂ ਮਮਤਾ ਬੈਨਰਜੀ ਹੈ, ਇਹ ਤਾਂ ਹਜੇ ਕਲੀਅਰ ਨਹੀਂ ਹੈ। ਲੇਕਿਨ ਇੰਨਾ ਪੱਕਾ ਹੈਗਾ ਕਿ ਅਰਵਿੰਦ ਕੇਜਰੀਵਾਲ ਜਿਹੜਾ ਹੈਗਾ ਉਹ ਆਪੋਜੀਸ਼ਨ ਦਾ ਜਿਹੜਾ ਲੀਡਰ ਹਜੇ ਤੱਕ ਤਾਂ ਮੈਨੂੰ ਲੱਗਦਾ ਨਹੀਂ ਬਣ ਸਕਦਾ, ਕਿਉਂਕਿ ਹੋਰ ਵੱਡੇ ਲੀਡਰ ਬੈਠੇ ਆ, ਬੜੇ ਸੀਨੀਅਰ ਲੀਡਰ ਬੈਠੇ ਆ ਜਿਹੜੇ ਕਿ ਮੋਦੀ ਨੂੰ ਜਾਂ ਬੀਜੇਪੀ ਨੂੰ ਚੁਣੌਤੀ ਨੈਸ਼ਨਲ ਲੈਵਲ ਤੇ ਦੇ ਸਕਦੇ ਆ। ਲੇਕਿਨ ਇੰਨਾ ਜ਼ਰੂਰ ਹੈ ਕਿ ਬੀਜੇਪੀ ਦਾ ਇਹ ਏਜੰਡਾ ਪੱਕਾ ਹੈਗਾ ਕਿ ਆਮ ਆਦਮੀ ਪਾਰਟੀ ਨੂੰ ਔਰ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਅੱਗੇ ਨਾ ਵਧਣ ਦਿੱਤਾ ਜਾਵੇ, ਜਿੱਥੇ ਹੈ ਉਸ ਤੋਂ ਅੱਗੇ ਨਹੀਂ। ਦੇਖੋ ਪੰਜਾਬ ਦੀ ਤਾਂ ਮੰਨ ਲਿਆ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਨਾ ਥੀ ਨਾ ਹੋ ਸਕਦੀ ਥੀ, ਕਾਂਗਰਸ ਦੀ ਸਰਕਾਰ ਗਈ ਹੈ, ਉਹਨਾਂ ਨੂੰ ਇੱਕ ਤਰ੍ਹਾਂ ਕੰਸੋਲੇਸ਼ਨ ਪ੍ਰਾਈਜ਼ था ਕਿ ਕਾਂਗਰਸ ਦੀ ਇੱਕ ਜਗ੍ਹਾ ਤੋਂ ਸਰਕਾਰ ਗਈ। ਲੇਕਿਨ ਜਿਹੜੀ ਹਿਮਾਚਲ ਤੇ ਰਾਜਸਥਾਨ ਦੇ ਵਿੱਚ ਹੈ, ਉੱਥੇ ਉਹਨਾਂ ਦੀ ਸਰਕਾਰ ਹੈ। ਉਹਨਾਂ ਨੂੰ ਇਹ ਡਰ ਹੈਗਾ ਕਿ 2024 ਦੇ ਇਲੈਕਸ਼ਨ ਤੋਂ ਪਹਿਲਾਂ ਅਗਰ ਇਹ ਦੋਨਾਂ ਜਗ੍ਹਾ ਤੋਂ ਜਾਂ ਕਿਸੇ ਇੱਕ ਜਗ੍ਹਾ ਸਰਕਾਰ ਜਿਹੜੀ ਹੈਗੀ ਆ ਚਲੀ ਜਾਂਦੀ ਹੈ ਤਾਂ ਉਹਦਾ ਪ੍ਰਭਾਵ ਡੈਫੀਨੇਟਲੀ 2024 ਦੇ ਇਲੈਕਸ਼ਨ ਤੇ ਹੋਏਗਾ, ਕਿਉਂਕਿ ਉਹਨਾਂ ਨੂੰ ਰੀਸੈਂਟਲੀ ਨਿਤੀਸ਼ ਕੁਮਾਰ ਨੇ ਜਿਵੇਂ ਅਲਾਇੰਸ ਤੋਂ ਬਾਹਰ ਕੀਤਾ ਔਰ ਇੱਕ ਵੱਡਾ ਝਟਕਾ ਜਿਹੜਾ ਹੈਗਾ ਬੀਜੇਪੀ ਨੂੰ ਬਿਹਾਰ ਦੇ ਵਿੱਚ ਲੱਗਿਆ, ਜਿਹਦਾ ਪ੍ਰਭਾਵ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਨਫਰੀ ਰਾਜ ਸਭਾ ਦੇ ਵਿੱਚ ਹੈ ਉਹਦੇ ਉੱਪਰ ਵੀ ਪਿਆ। ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਹੈ ਨਾ ਹੋਵੇ, ਇਸ ਕਰਕੇ ਉਹ ਬੜੇ ਸਮਝ ਲਓ ਫੂਕ ਕੇ ਕਦਮ ਰੱਖ ਰਹੇ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਕੰਟਰੋਲ ਕਰਕੇ ਰੱਖਿਆ ਜਾਵੇ ਆਮ ਆਦਮੀ ਪਾਰਟੀ ਨੂੰ ਜਾਂ ਅਰਵਿੰਦ ਕੇਜਰੀਵਾਲ ਨੂੰ। ਅੱਛਾ, ਇੱਕ ਗੱਲ ਹੋਰ ਖਾਸ ਹੈ ਇਹਦੇ ਵਿੱਚ ਖਾਲਿਦ ਸਾਹਿਬ ਕਿ ਜਦੋਂ ਅਰਵਿੰਦ ਕੇਜਰੀਵਾਲ ਜਿਵੇਂ ਭਾਜਪਾ ਦਾ ਹੂਬਹੂ ਏਜੰਡਾ ਚੱਲਦਾ ਹੈ, ਰਾਸ਼ਟਰਵਾਦ ਹੋ ਗਿਆ, ਦੇਸ਼ ਭਗਤੀ ਦੀਆਂ ਗੱਲਾਂ, ਆਪਣੇ ਆਪ ਨੂੰ ਸਭ ਤੋਂ ਵੱਡਾ ਗਿਣਾਉਣਾ ਜਦੋਂ ਤਿਰੰਗੇ ਦੀ ਗੱਲ ਆਉਂਦੀ ਹੈ, ਜਾਂ ਹੋਰ ਮੁਫਤਖੋਰੀ ਤੇ ਰਿਓੜੀਆਂ ਦੇ ਵਿਚਾਲੇ ਜਦੋਂ ਫਰਕ ਦੀ ਗੱਲ ਆਉਂਦੀ ਹੈ, ਫਿਰ ਵੀ ਸਾਰਾ ਕੁਝ ਇੱਕੋ ਤਰ੍ਹਾਂ ਦਾ ਨਜ਼ਰ ਆਉਂਦਾ ਦੋਨਾਂ ਪਾਰਟੀਆਂ ਦੇ ਵਿੱਚ। ਪਰ ਅਰਵਿੰਦ ਕੇਜਰੀਵਾਲ ਉਸ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਦੇ ਨੇ, ਇਸ ਕਰਕੇ ਕੇਜਰੀਵਾਲ ਮਾਡਲ ਜਾਂ ਦਿੱਲੀ ਮਾਡਲ ਦੀ ਗੱਲ ਹੁੰਦੀ ਹੈ। ਪਰ ਜਦੋਂ ਇਹਦੇ ਵਿਚਾਲੇ ਅਸੀਂ ਜਦੋਂ ਵੋਟਾਂ ਦਾ ਧਰੂਵੀਕਰਨ ਹੁੰਦਾ ਆ ਸਿਆਸਤ ਦੇ ਵਿੱਚ, ਤਾਂ ਉਹਦੇ ਵਿੱਚ ਮੁਸਲਿਮ ਭਾਈਚਾਰੇ ਦੀ ਵੋਟ ਨੂੰ ਲੈ ਕੇ ਜਾਂ ਮੁਸਲਿਮ ਭਾਈਚਾਰੇ ਦੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਉਸ ਕਿਸਮ ਦੀ ਖੁੱਲ ਕੇ ਸਾਹਮਣੇ ਨਹੀਂ ਆਉਂਦੀ। ਧਾਰਾ 370 ਲੈ ਲਓ, ਸ਼ਾਹੀਨ ਬਾਗ ਲੈ ਲਓ, ਜਾਂ ਹੋਰ ਬਹੁਤ ਇਹੋ ਜਿਹੇ ਮਸਲੇ ਨੇ ਉੱਤੇ। ਹਾਂਜੀ, ਮੈਂ ਤੁਹਾਡੀ ਗੱਲ ਜਿਹੜੀ ਹੈਗੀ ਹੈ ਫੋਲੋ ਕਰ ਰਿਹਾ। ਦੇਖੋ ਏਦਾਂ ਹੈਗਾ, ਮੈਂ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਗਰ ਇਹ ਕਿਹਾ ਜਾਵੇ ਕਿ ਅਰਵਿੰਦ ਕੇਜਰੀਵਾਲ ਇੱਕ ਤਰੀਕੇ ਦੇ ਨਾਲ ਬੀਜੇਪੀ ਆਰਐਸਐਸ ਦੀ ਕ੍ਰੀਏਸ਼ਨ ਹੈ, ਕਿਉਂਕਿ ਉਹਨਾਂ ਦੀ ਸਪੋਰਟ ਸ਼ੁਰੂ ਦੇ ਵਿੱਚ ਅੰਨਾ ਹਜ਼ਾਰੇ ਮੂਵਮੈਂਟ ਦੇ ਵਿੱਚ ਉਹਨਾਂ ਨੂੰ ਮਿਲੀ ਸੀਗੀ। ਅੰਨਾ ਹਜ਼ਾਰੇ ਵੀ ਕਿਤੇ ਨਹੀਂ ਲੱਭਿਆ ਜਦ ਦੀ ਬੀਜੇਪੀ ਦੀ ਸਰਕਾਰ ਆਈ ਹੈ, ਮੁੜ ਕੇ ਨਹੀਂ ਦਿਖਿਆ। ਬੜਾ ਕੁਝ ਹੋ ਰਿਹਾ ਹੈ, ਡੈਮੋਕ੍ਰੇਸੀ ਨੂੰ ਕਿੱਡਾ ਖਤਰਾ ਹੋ ਰਿਹਾ, ਸਾਰਾ ਕੁਝ ਹੋ ਰਿਹਾ। ਅੰਨਾ ਹਜ਼ਾਰੇ ਕਿਤੇ ਨਹੀਂ ਲੱਭਿਆ ਨੈਸ਼ਨਲ ਪਲੇਟਫਾਰਮ ਤੇ, ਕਦੇ ਉਹਦਾ ਕੋਈ ਬਿਆਨ ਸੁਣਿਆ, ਕਦੇ ਕੁਝ ਸੁਣਿਆ। ਉਹਦੇ ਵਿੱਚੋਂ ਇਹ ਕੇਜਰੀਵਾਲ ਲੱਭਿਆ। ਹੁਣ ਦੂਸਰੀ ਗੱਲ ਇਹ ਹੈਗੀ ਹੈ ਜਿਹੜੇ ਕਿ ਮਾਈਨੋਰਿਟੀ ਸਪੈਸਿਫਿਕ ਮੁੱਦੇ ਹਨ। ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹਦੀ ਕੋਈ ਵਿਚਾਰਧਾਰਾ ਕੋਈ ਨਹੀਂ ਹੈ। ਵਿਚਾਰਧਾਰਾ ਹੁੰਦੀ ਹੈ ਕਿ ਇਹ ਖੱਬੇ ਪੱਖੀ ਵਿਚਾਰਧਾਰਾ ਹੈ, ਸੱਜੇ ਪੱਖੀ ਵਿਚਾਰਧਾਰਾ ਹੈ, ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਵਿਚਾਰਧਾਰਾ ਦੇ ਨਾਲ ਇਹਨਾਂ ਦਾ ਕੋਈ ਉਹ ਨਹੀਂ ਹੈ।
ਇਹਨਾਂ ਦੀ ਇਹ ਵਿਚਾਰਧਾਰਾ ਇਹ ਹੈ। ਇੱਥੇ ਜੋੜਦੇ ਆ ਕਿ ਇਹ ਕਹਿੰਦੇ ਨੇ ਕਿ ਸਾਡੀ ਵਿਚਾਰਧਾਰਾ ਇਹ ਆ ਕਿ ਇਮਾਨਦਾਰ, ਕੱਟੜ ਇਮਾਨਦਾਰ। ਮੈਂ ਉਧਰ ਹੀ ਆ ਰਿਹਾ, ਇਹ ਕਹਿੰਦੇ ਵੀ ਸਾਡੀ ਵਿਚਾਰਧਾਰਾ ਜਿਹੜੀ ਹੈ ਉਹ ਇਹੀ ਹੈ ਕਿ ਅਸੀਂ ਲੋਕਾਂ ਨਾਲ ਵਾਅਦੇ ਕਰਨੇ ਆ ਔਰ ਉਹ ਵਾਅਦੇ ਪੂਰੇ ਕਰਨੇ ਆ, ਇਮਾਨਦਾਰੀ ਦੇ ਨਾਲ ਕੰਮ ਕਰਨਾ। ਲੇਕਿਨ ਜਿੱਥੇ ਤੱਕ ਸਵਾਲ ਹੈ ਮਾਈਨੋਰਿਟੀ ਸਪੈਸੀਫਿਕ ਜਾਂ ਮੁਸਲਿਮ ਸਪੈਸੀਫਿਕ ਮੁੱਦਿਆਂ ਦੇ ਵਿੱਚ, ਹੁਣੀ ਗੁਜਰਾਤ ਦੇ ਵਿੱਚ ਬੀਜੇਪੀ ਆਪਣਾ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਬਲਕੀਸ ਬਾਨੋ ਦੇ ਕੇਸ ਦੇ ਵਿੱਚ ਜਿਹੜੇ 11 ਬੰਦੇ ਹੁਣੀ ਰਿਹਾ ਹੋਏ ਹੈ, ਉਹਨਾਂ ਬਾਰੇ ਇੱਕ ਸ਼ਬਦ ਵੀ ਅਰਵਿੰਦ ਕੇਜਰੀਵਾਲ ਨੇ ਨਹੀਂ ਬੋਲਿਆ। ਇਸੇ ਤਰੀਕੇ ਦੇ ਨਾਲ ਪੰਜਾਬ ਦਿੱਲੀ ਦੇ ਵਿੱਚ ਜੋ ਰੋਹਿੰਗਿਆ ਦੀ ਪ੍ਰੋਬਲਮ ਹੈਗੀ ਹੈ ਉਹਦੇ ਬਾਰੇ ਉਹ ਕਦੇ ਨਹੀਂ ਬੋਲਦਾ। ਸ਼ਾਹੀਨ ਬਾਗ ਦੇ ਬਾਰੇ ਕਦੇ ਨਹੀਂ ਬੋਲਿਆ। ਅਗਰ ਬੀਜੇਪੀ ਨੇ 100 ਫੁੱਟ ਉੱਚਾ ਝੰਡਾ ਲਾਤਾ 75ਵੇਂ ਵਰੇਗੰਢ ਤੇ, ਤਾਂ ਉਹ ਕਹਿੰਦਾ ਮੈਂ 105 ਫੁੱਟ ਲਾਉਂਗਾ। ਮੈਂ ਨੈਸ਼ਨਲਿਜ਼ਮ ਤੋਂ ਤੁਹਾਡੇ ਪਿੱਛੇ ਨਹੀਂ ਹੈ। ਜੇ ਮੋਦੀ ਕਹਿੰਦਾ ਹੈ ਕਿ ਮੇਕ ਇਨ ਇੰਡੀਆ ਕਹੇਗਾ, ਇਹ ਕਹਿੰਦੇ ਅਸੀਂ ਮੇਕ ਇੰਡੀਆ ਨੰਬਰ 1 ਕਹਾਂਗੇ, ਜਿਹੜਾ ਕੈਂਪੇਨ ਇਹ ਚਲਾ ਰਹੇ ਹੈ। ਉਸ ਪੱਖੋਂ ਜਿਹੜੇ ਹੈਗੇ ਆ ਉਹ ਕਹਿੰਦੇ ਅਸੀਂ ਮਾਰ ਨਹੀਂ ਖਾਣੀ। ਆਰਟੀਕਲ 370 ਦੇ ਬਾਰੇ ਉਹਨਾਂ ਨੇ ਸਪੋਰਟ ਕੀਤਾ, ਉਹਨੇ ਕਿਸੇ ਤਰੀਕੇ ਦਾ ਕੋਈ ਆਪਣੀ ਰਿਜ਼ਰਵੇਸ਼ਨ ਨਹੀਂ ਸ਼ੋ ਕੀਤੀ। ਇਸ ਕਰਕੇ ਮੈਂ ਕਹਿ ਰਿਹਾ ਕਿ ਜਿਹੜੀ ਬੀਜੇਪੀ ਦੀ ਸੋਚ ਹੈ ਉਹੀ ਉਗਰ ਰਾਸ਼ਟਰਵਾਦ ਦੀ ਤਕਰੀਬਨ ਉਸ ਤਰ੍ਹਾਂ ਦੀ ਹੀ ਸੋਚ ਅਰਵਿੰਦ ਕੇਜਰੀਵਾਲ ਦੀ ਹੈ, ਜਿਹੜੀ ਕਿ ਕਾਂਗਰਸ ਦੀ ਸੋਚ ਤੇ ਬਿਲਕੁਲ ਵਿਪਰੀਤ ਹੈ। ਜਿਹੜੀ ਕਾਂਗਰਸ ਦੀ ਸੋਚ ਹੈ ਕਿ ਇਨਕਲੂਸਿਵ ਹੋਣਾ ਚਾਹੀਦਾ ਹੈ, ਮਾਈਨੋਰਿਟੀਜ਼ ਵੀ ਨਾਲ ਲੈ ਕੇ ਚੱਲੋ, ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੋ, ਉਸ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਹੈ ਉਹ ਨਾ ਬੀਜੇਪੀ ਦੇ ਵਿੱਚ ਨਜ਼ਰ ਆ ਰਹੀ ਹੈ, ਨਾ ਅਰਵਿੰਦ ਕੇਜਰੀਵਾਲ ਦੇ ਇਲੈਕਸ਼ਨ ਕੈਂਪੇਨ 'ਚ ਨਜ਼ਰ ਆ ਰਹੀ ਹੈ, ਔਰ ਨਾ ਹੀ ਜਿਸ ਤਰੀਕੇ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਉਹ ਪੈਣਾ ਚਾਹੁੰਦੇ ਆ। ਉਹ ਕਹਿੰਦਾ ਅਸੀਂ ਕਹਾਂਗੇ ਜੀ ਤੁਹਾਨੂੰ 1000 ਰੁਪਇਆ ਮਹੀਨਾ ਦਿਆਂਗੇ, ਅਸੀਂ ਤੁਹਾਨੂੰ ਕਹਾਂਗੇ ਕਿ ਤੁਹਾਨੂੰ ਫਲਾਨੀ ਚੀਜ਼ ਬਿਜਲੀ ਫ੍ਰੀ ਦਿਆਂਗੇ 300 ਯੂਨਿਟ, ਤੁਸੀਂ ਸਾਨੂੰ ਵੋਟ ਪਾਓ। ਇਹ ਆਈਡੀਓਲੋਜੀ ਹੈ। ਜੀ, ਮੈਂ ਇਹ ਸਿਆਸਤ ਦੇ ਉੱਤੇ ਇੱਕ ਹੋਰ ਸਵਾਲ ਉੱਠਦਾ ਹੈ ਕਿ ਗੱਲ ਸਾਰੀ ਲੋਕਾਂ ਤੇ ਆ ਕੇ ਮੁੱਕਦੀ, ਕਿਉਂਕਿ ਜੇ ਲੋਕ ਵੋਟ ਪਾਉਣਗੇ ਤਾਂ ਹੀ ਅੱਗੇ ਆਉਣਗੇ, ਭਾਵੇਂ 3 ਵਾਰੀ ਆ ਜਾਣ, ਭਾਵੇਂ 5 ਵਾਰੀ ਆ ਜਾਣ, ਭਾਵੇਂ 10 ਵਾਰੀ ਆ ਜਾਣ। ਤੇ ਜੇ ਲੋਕ ਅਰਵਿੰਦ ਕੇਜਰੀਵਾਲ ਨੂੰ 3 ਵਾਰ ਚੁਣਦੇ ਨੇ ਦਿੱਲੀ ਦੇ ਵਿੱਚ, ਜੇ ਗੁਜਰਾਤ ਤੋਂ ਉੱਠ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਨਰਿੰਦਰ ਮੋਦੀ ਪਹੁੰਚਦੇ ਨੇ, ਲੋਕਾਂ ਦਾ ਹੀ ਵੋਟ ਬੈਂਕ ਹੈ ਜਿਹੜਾ ਇਹਨਾਂ ਨੂੰ ਅੱਗੇ ਲੈ ਕੇ ਆਉਂਦਾ। ਲੋਕ ਫਿਰ ਇਸ ਬਦਲਾਅ ਨੂੰ ਕਿੱਦਾਂ ਸਮਝਦੇ ਹੋ ਕਿ ਲੋਕਾਂ ਦੇ ਵਿੱਚ ਕਿਵੇਂ ਇਹ ਗੱਲ ਬਣ ਜਾਂਦੀ ਆ ਕਿ ਤੁਸੀਂ ਉਹ ਜਿਹੜੀਆਂ ਉੱਪਰਲੇ ਲੈਵਲ ਤੇ ਤਾਂ ਮੁਫਤਖੋਰੀ ਦੀ ਗੱਲ ਹੁੰਦੀ ਹੈ, ਪਰ ਲੋਕ ਉਸ ਨੂੰ ਕਬੂਲ ਕਰਦੇ ਨੇ ਤੇ ਉਹ ਉਧਰਲੇ ਪਾਸੇ ਨੂੰ ਤੁਰ ਪੈਂਦੇ ਨੇ। ਦੇਖੋ ਗੱਲ ਇਹ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਗਰੀਬ ਆਦਮੀ ਨੂੰ ਇਕਨੋਮਿਕ ਇਨਸਿਕਿਉਰਿਟੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਚਾਹੇ ਉਹ ਬੇਰੁਜ਼ਗਾਰੀ ਦਾ ਮੁੱਦਾ ਲੈ ਲਓ, ਚਾਹੇ ਗਰੀਬੀ ਲੈ ਲਓ, ਚਾਹੇ ਹੋਰ ਚੀਜ਼ਾਂ ਲੈ ਲਓ, ਉਹਦੇ ਵਿੱਚ ਗਰੀਬ ਆਦਮੀ ਕਹਿੰਦਾ ਵੀ ਮੈਨੂੰ ਅਗਰ ਬਿਜਲੀ ਫ੍ਰੀ ਮਿਲ ਰਹੀ ਹੈ, ਪਾਣੀ ਫ੍ਰੀ ਮਿਲ ਰਿਹਾ ਹੈ, ਆਹ ਚੀਜ਼ ਫ੍ਰੀ ਮਿਲ ਰਹੀ ਹੈ, ਤਾਂ ਮੈਂ ਤਾਂ ਵੋਟ ਇੱਥੇ ਪਾਊਂਗਾ, ਮੈਨੇ ਕੀ ਲੈਣਾ ਜੀ ਇਹ ਖੱਬੇ ਪੱਖੀ ਹੈ ਜਾਂ ਸੱਜੇ ਪੱਖੀ ਹੈ ਜਾਂ ਕੀ ਹੈ। ਤਾਂ ਗਰੀਬ ਆਦਮੀ ਇਹ ਸੋਚਦਾ ਹੈ। ਆਮ ਜਨਤਾ ਜਿਹੜੀ ਹੈਗੀ ਹੈ, ਜਦ ਉਹਨੂੰ ਪਤਾ ਵੀ ਮੇਰਾ 600 ਯੂਨਿਟ ਫ੍ਰੀ ਹੋ ਜਾਣਾ ਹੈ ਤਾਂ ਆਪਾਂ ਤਾਂ ਵੋਟ ਪਾ ਦੇਣੇ, ਆਪਾਂ ਨੇ ਕੀ ਲੈਣਾ। ਔਰ ਇਹ ਚੀਜ਼ ਜਿਹੜੀ ਹੈਗੀ ਹੈ ਇਹ ਆਮ ਆਦਮੀ ਪਾਰਟੀ ਨੂੰ ਸੂਤ ਆਈ ਹੋਈ ਹੈ। ਦਿੱਲੀ ਦੇ ਵਿੱਚ ਵੀ ਇਹ ਹੋਇਆ। ਦਿੱਲੀ ਦੇ ਵਿੱਚ ਉਹ 2 ਮਾਡਲ ਵੇਚ ਰਹੇ ਆ। ਇੱਕ ਤਾਂ ਉਹਨਾਂ ਦਾ ਹੈਲਥ ਮਾਡਲ ਹੈ, ਜਿਹੜੇ ਮੁਹੱਲਾ ਕਲੀਨਿਕ ਵਗੈਰਾ ਹੈਗੇ ਆ, ਦੂਸਰੇ ਪਾਸੇ ਐਜੂਕੇਸ਼ਨ ਦਾ ਮਾਡਲ ਹੈ। ਐਜੂਕੇਸ਼ਨ ਦੇ ਮਾਡਲ 'ਚ ਆਪਾਂ ਦੇਖ ਰਹੇ ਹਾਂ ਕਿ ਦਿੱਲੀ ਦਾ ਐਜੂਕੇਸ਼ਨ ਮਾਡਲ ਨਾਲੋਂ ਪੰਜਾਬ ਦਾ ਐਜੂਕੇਸ਼ਨ ਮਾਡਲ ਬੈਟਰ ਹੈ, ਕਿਉਂਕਿ ਪੰਜਾਬ ਦਾ ਨੰਬਰ 1 ਹੈ, ਜਿਹੜਾ ਨੈਸ਼ਨਲ ਸਰਵੇ ਹੈ, ਦਿੱਲੀ ਦਾ ਨਹੀਂ ਹੈ। ਲੇਕਿਨ ਉਹ ਕਿਸ ਤਰੀਕੇ ਦੇ ਨਾਲ ਕਹਿੰਦੇ ਆ ਕਿ ਜੀ ਅਸੀਂ ਉਹਨਾਂ ਦੀ ਟ੍ਰੇਨਿੰਗ ਬਾਹਰ ਕਰਵਾ ਦਿਆਂਗੇ। 15 ਦਿਨਾਂ ਦੀ ਟ੍ਰੇਨਿੰਗ ਦੇ ਨਾਲ ਪੂਰੇ ਪ੍ਰਾਂਤ ਦਾ ਐਜੂਕੇਸ਼ਨ ਸਿਸਟਮ ਨਹੀਂ ਬਦਲਦਾ ਹੁੰਦਾ। ਹੈਲਥ ਦੇ ਵਿੱਚ ਜਿਹੜੀਆਂ ਜਿਵੇਂ ਪ੍ਰੋਬਲਮਸ ਯੂਪੀ ਨੂੰ ਆਈਆਂ ਉਸੇ ਤਰੀਕੇ ਦੇ ਨਾਲ ਦਿੱਲੀ ਨੂੰ ਵੀ ਆਈਆਂ। ਜਿਸ ਵੇਲੇ ਕਰੋਨਾ ਸੀਗਾ, ਆਕਸੀਜਨ ਦੀ ਘਾਟ, ਉਹ ਸਾਰਾ ਕੁਝ ਹੋਇਆ, ਦਿੱਲੀ ਦੇ ਵਿੱਚ ਵੀ ਹੋਇਆ। ਲੇਕਿਨ ਇਹ ਹੈਗਾ ਕਿ ਲੋਕਾਂ ਦੇ ਘਰ ਤੱਕ ਤੁਸੀਂ ਦਵਾਈ ਪਹੁੰਚਾ ਰਹੇ ਹੋ, ਮੁਹੱਲਾ ਕਲੀਨਿਕ ਖੋਲ ਕੇ, ਅਗਰ ਲੋਕਾਂ ਨੂੰ ਐਕਸੈਪਟੇਬਿਲਿਟੀ ਹੈ, ਲੋਕ ਵੋਟ ਪਾਉਂਦੇ ਹੈ। ਔਰ ਦੂਸਰੀ ਇਹ ਹੈਗੀ ਹੈ, ਕਈ ਲੋਕ ਇਸ ਕਰਕੇ ਵੀ ਵੋਟ ਪਾਉਂਦੇ ਆ ਕਿ ਅਸੀਂ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਤਾਂ ਦੇਖ ਹੀ ਲਈ ਹੈ, ਇਸ ਕਰਕੇ ਇਹਨੂੰ ਵੀ ਦੇਖ ਲਈਏ। ਹੁਣ ਪੰਜਾਬ ਦੇ ਵਿੱਚ ਬੇਸਿਕ ਪਰਪਸ ਹੀ ਇਹ ਸੀਗਾ। ਪੰਜਾਬ ਦੇ ਵਿੱਚ ਲੋਕਾਂ ਨੇ ਕਿਹਾ ਕਿ ਅਸੀਂ ਕਦੇ ਅਕਾਲੀ, ਕਦੇ ਕਾਂਗਰਸ, ਕਦੇ ਅਕਾਲੀ, ਕਦੇ ਕਾਂਗਰਸ, ਅਸੀਂ ਇੱਕ ਮੌਕਾ ਜਿਹੜਾ ਹੈਗਾ ਕੇਜਰੀਵਾਲ ਵਾਲਾ
ਉਹ ਦੇ ਦਿੱਤਾ। ਬਾਕੀ 5 ਸਾਲ ਦੇ ਵਿੱਚ ਆਪਣੇ ਵਾਅਦੇ ਕਿੱਥੇ ਤੱਕ ਨਿਭਾ ਪਾਉਂਦੇ ਆ ਔਰ ਸਟੇਟ ਦੀ ਇਕਨੋਮੀ ਨੂੰ ਕਿੱਥੇ ਤੱਕ ਠੀਕ ਕਰ ਪਾਉਂਦੇ ਆ, ਇਹ ਤਾਂ 4.5 ਸਾਲ ਬਾਅਦ ਹੀ ਉਹਦਾ ਨਿਰੀਖਣ ਹੋਣ ਲੱਗੇਗਾ। ਲੇਕਿਨ ਇਸ ਵੇਲੇ ਉਹਨਾਂ ਦਾ ਇਹ ਫਾਰਮੂਲਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਾਮਯਾਬ ਹੋਇਆ ਔਰ ਇਸ ਚੀਜ਼ ਨੂੰ ਹੀ ਉਹ ਉੱਥੇ ਦੂਸਰੀ ਜਗ੍ਹਾ ਤੇ ਵੀ ਇਸਤੇਮਾਲ ਕਰਨਾ ਚਾਹੁੰਦੇ ਆ। ਬਿਲਕੁਲ ਬਿਲਕੁਲ, ਇਹ ਗੱਲ ਤਾਂ ਮੰਨਣੀ ਪਏਗੀ ਕਿ ਉਹ ਫਾਰਮੂਲਾ ਇਹਨਾਂ ਦਾ ਕਾਮਯਾਬ ਹੋਇਆ। ਹੁਣ ਪਤਾ ਨਹੀਂ ਗੁਜਰਾਤ ਤੇ ਹਿਮਾਚਲ ਦੇ ਵਿੱਚ ਹੋਣਾ ਹੈ ਕਿ ਨਹੀਂ, ਸਾਲ ਦੇ ਅਖੀਰ ਦੇ ਵਿੱਚ ਹੋਣਾ ਉੱਥੇ ਹੋਣੀਆਂ ਨੇ। ਬੀਜੇਪੀ ਨੂੰ ਸ਼ਾਇਦ ਇਸੇ ਗੱਲ ਦਾ ਖਤਰਾ ਆ ਕਿ ਗੁਜਰਾਤ ਤੇ ਹਿਮਾਚਲ ਚ ਨਾ ਕਿਤੇ ਹੁੰਝਾ ਫਿਰ ਜੇ, ਤੇ ਜੇ ਇੱਧਰ ਫਿਰ ਤਾਂ 2024 ਦੀ ਕੁਰਸੀ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਹੱਥੋਂ ਜਾਂਦੀ ਦਿਸਦੀ ਹੈ। ਪਰ ਮੈਂ ਪ੍ਰੋਫੈਸਰ ਹੁਣ ਗੱਲ ਕਰਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ। ਦੇਖੋ ਮਸਲਾ ਨੇ ਜਿਹੜਾ ਉਭਾਰਿਆ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਆ ਕਿ ਹਵਾਈ ਜਹਾਜ਼ ਦੇ ਵਿੱਚ ਸਿੱਖਾਂ ਨੂੰ ਜਿਹੜੀ ਕਿਰਪਾਨ ਪਾਉਣ ਦੇ ਉੱਤੇ ਕੁਝ ਇੰਚ ਦੀ ਕਿਰਪਾਨ ਪਾਉਣ ਤੇ ਛੂਟ ਦਿੱਤੀ ਗਈ ਹੈ। ਉਹ ਕਿਉਂ ਦਿੱਤੀ ਗਈ ਹੈ? ਅਦਾਲਤਾਂ 'ਚ ਮਸਲਾ ਚੱਲ ਰਿਹਾ ਇਹਦੇ ਉੱਤੇ, ਮਾਣਯੋਗ ਹਾਈ ਕੋਰਟ ਜਿਹੜੀ ਦਿੱਲੀ ਦੀ ਉਹਦੇ ਵਿੱਚ। ਪਰ ਇਹਦੇ ਵਿਚਾਲੇ ਜਦੋਂ ਸਿਮਰਨਜੀਤ ਸਿੰਘ ਮਾਨ ਜਨੇਊ ਦੀ ਗੱਲ ਕਰਦੇ ਨੇ ਕਿ ਉਹਦੇ ਨਾਲ ਵੀ ਕਿਸੇ ਦਾ ਗਲਾ ਵੀ ਘੁੱਟਿਆ ਜਾ ਸਕਦਾ, ਹਾਈਜੈਕ ਕੀਤਾ ਜਾ ਸਕਦਾ ਪਲੇਨ ਨੂੰ, ਜਦੋਂ ਇਸ ਤਰ੍ਹਾਂ ਦਾ ਮੁੱਦਾ ਉਭਾਰਦੇ ਨੇ ਤਾਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ। ਕਿਉਂਕਿ ਜਦੋਂ ਧਾਰਮਿਕਤਾ ਦਾ ਮਸਲਾ ਹੋਵੇ, ਜਦੋਂ ਤੁਹਾਡੇ ਧਾਰਮਿਕ ਚਿੰਨ੍ਹਾਂ ਦਾ ਮਸਲਾ ਹੋਵੇ, ਤਾਂ ਫਿਰ ਮਤਲਬ ਕਿ ਜੇ ਸਿਮਰਨਜੀਤ ਸਿੰਘ ਮਾਨ ਉਹ ਗੱਲ ਕਹਿੰਦੇ ਨੇ ਤਾਂ ਕਿਤੇ ਨਾ ਕਿਤੇ ਉਹ ਕੀ ਤੁਹਾਨੂੰ ਦਰੁਸਤ ਨਹੀਂ ਲੱਗਦੀ ਉਹ ਗੱਲ? ਦੇਖੋ ਏਦਾਂ ਹੈ ਕਿ ਪਿਛਲੇ ਇੱਕ ਵਾਰ ਜਿਸ ਵੇਲੇ ਸਿਮਰਨਜੀਤ ਸਿੰਘ ਮਾਨ ਨੂੰ ਅੱਛੀਆਂ ਖਾਸੀਆਂ ਸੀਟਾਂ ਮਿਲੀਆਂ ਸੀਗੀਆਂ ਲੋਕ ਸਭਾ ਦੇ ਵਿੱਚ, ਉਸ ਵੇਲੇ ਵੀ ਮਸਲਾ ਉੱਠਿਆ था ਕਿ ਮੈਂ ਸਦਨ ਦੇ ਵਿੱਚ ਵੱਡੀ ਕਿਰਪਾਨ ਜਿਹੜੀ ਹੈਗੀ ਹੈ ਆਪਣੀ ਓਰੀਜਨਲ ਉਹਦਾ ਵਰਜ਼ਨ ਉਹ ਲੈ ਕੇ ਜਾਣਾ, ਤੇ ਉਹਦੇ ਪਰ ਕਾਫੀ ਹੰਗਾਮਾ ਹੋਇਆ ਸੀਗਾ। ਕਿ ਉਹ ਕਹਿੰਦੇ ਮੈਂ ਜਦ ਤੱਕ ਨਹੀਂ ਅੰਦਰ ਵੜਨਾ ਜਦ ਤੱਕ ਮੇਰੀ ਕਿਰਪਾਨ ਅਲਾਉ ਨਹੀਂ, ਕਿਉਂਕਿ ਮੇਰਾ ਜਿਹੜਾ ਹੈਗਾ ਰਿਲੀਜੀਅਸ ਸਿੰਬਲ ਹੈ। ਇਹ ਮਸਲਾ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਹੈ ਬਲਕਿ ਦੂਸਰੇ ਦੇਸ਼ਾਂ ਦੇ ਵਿੱਚ ਵੀ ਉੱਠਦਾ ਰਹਿੰਦਾ ਹੈ। ਖਾਸ ਤੌਰ ਪਰ ਜਿਸ ਵੇਲੇ ਤੁਸੀਂ ਪਬਲਿਕ ਸਪੇਸ ਦੇ ਵਿੱਚ ਜਾਣਾ ਹੈ ਜਾਂ ਜਿਵੇਂ ਕਿ ਤੁਸੀਂ ਕਿਹਾ ਹਵਾਈ ਜਹਾਜ਼ ਚੜ੍ਹਨਾ ਹੈ ਜਾਂ ਕੋਈ ਅਸੈਂਬਲੀ ਪਾਰਲੀਮੈਂਟ 'ਚ ਐਂਟਰ ਕਰਨਾ ਹੈ ਜਾਂ ਕਿਸੇ ਮਾਰਕੀਟ ਵਗੈਰਾ 'ਚ ਸੁਪਰ ਮਾਲ ਵਿੱਚ ਜਾਣਾ ਹੈ, ਤਾਂ ਉਹ ਸਾਰਾ ਜਿਹੜਾ ਹੈਗਾ ਫਿਰ ਹਰ ਇੱਕ ਸਟੇਟ ਹਰ ਇੱਕ ਕੰਟਰੀ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿ ਰਿਹਾ। ਕੋਈ ਕਹਿੰਦਾ 6 ਇੰਚ ਦੀ ਲੈ ਲਓ, ਕੋਈ ਕਹਿੰਦਾ 3 ਇੰਚ ਲੈ ਲਓ ਕਿਰਪਾਨ, ਸਿੰਬੋਲਿਕਲੀ ਲੈ ਲਓ। ਲੇਕਿਨ ਜਿਹੜੀ ਸਿਮਰਨਜੀਤ ਸਿੰਘ ਮਾਨ ਦੀ ਗੱਲ ਹੈਗੀ ਹੈ ਉਹ ਹੈਗੀ ਹੈ ਕਿ ਅਗਰ ਕਿਉਂਕਿ ਕਿਰਪਾਨ ਇੱਕ ਰਿਲੀਜੀਅਸ ਸਿੰਬਲ ਹੈ ਜੀ, ਔਰ ਇਹ 5 ਕੱਕਿਆਂ ਦੇ ਵਿੱਚੋਂ ਇੱਕ ਕੱਕਾ ਹੈਗਾ ਤੇ ਉਹ ਧਾਰਮਿਕ ਪਹਿਚਾਨ ਦੀ ਪਾਰਟ ਹੈ। ਉਹ ਕਹਿੰਦੇ ਵੀ ਅਗਰ ਇਹਨੂੰ ਤੁਸੀਂ ਅਲਾਉ ਨਹੀਂ ਕਰੋਗੇ, ਮੇਰਾ ਖਿਆਲ ਹੈ ਕਿ ਕੋਈ ਵੀ ਵਿਅਕਤੀ ਕੰਪਲੀਟਲੀ ਡਿਸਅਲਾਉ ਨਹੀਂ ਕਰ ਰਿਹਾ, ਉਹ ਸਿਰਫ ਇਹ ਹੈਗਾ ਵੀ ਉਹਦੀ ਕਿੰਨੀ ਕੁ ਵਰਜ਼ਨ ਜਿਹੜੀ ਹੈਗੀ ਤੁਸੀਂ ਲਿਜਾ ਸਕਦੇ ਹੋ ਤਾਂ ਕਿ ਕੋਈ ਦੂਸਰਾ ਬੰਦਾ ਥ੍ਰੈਟਨਡ ਨਾ ਫੀਲ ਕਰੇ ਜਾਂ ਕੋਈ ਬੰਦਾ ਜਿਹੜਾ ਹੈਗਾ ਲੈ ਜਾਵੇ ਤੇ ਅੰਦਰ ਜਾ ਕੇ ਕੋਈ ਗੜਬੜ ਕਰਦੇ ਹਵਾਈ ਜਹਾਜ਼ ਦੇ ਵਿੱਚ ਜਾਂ ਦੂਸਰੀ ਜਗ੍ਹਾ ਤੇ, ਇਸ ਕਰਕੇ ਹੈਗਾ। ਲੇਕਿਨ ਇਸੇ ਤਰੀਕੇ ਦੇ ਨਾਲ ਤੁਸੀਂ ਦੂਸਰੇ ਰਿਲੀਜੀਅਸ ਸਿੰਬਲਸ ਜਿਹੜੇ ਹੈਗੇ ਆ, ਕੱਲ ਨੂੰ ਤਾਂ ਤੁਸੀਂ ਕਹੋਗੇ ਕਿ ਕੋਈ ਮੁਸਲਮਾਨ ਟੋਪੀ ਪਾ ਕੇ ਵੀ ਜਹਾਜ਼ 'ਚ ਨਾ ਚੜੇ, ਜਨੂਹ ਦੀ ਤੁਸੀਂ ਗੱਲ ਕੀਤੀ ਹੈ। ਇਹ ਜਿਹੜੀ ਹੈਗੀ ਹੈ ਨਾ ਰਿਲੀਜੀਅਸ ਸਿੰਬਲਿਜ਼ਮ ਜਿਹੜਾ ਹੈਗਾ, ਇਹਦੇ ਬਾਰੇ ਪੂਰੇ ਕਾਨੂੰਨ ਹੈਗੇ ਆ, ਇਹਦੇ ਬਾਰੇ ਰੂਲਸ ਰੈਗੂਲੇਸ਼ਨ ਬਣੇ ਹੋਏ ਆ, ਉਹਨਾਂ ਦੀ ਪਾਲਣਾ ਕਰਨੀ ਜਿਹੜੀ ਹੈਗੀ ਹੈ ਜ਼ਰੂਰੀ ਹੈ। ਲੇਕਿਨ ਸਾਰੇ ਧਰਮਾਂ ਨੂੰ ਸਮਾਨਤਾ ਦੇਣੀ ਚਾਹੀਦੀ ਹੈ। ਸਾਰੇ ਧਰਮਾਂ ਨੂੰ ਸਮਾਨਤਾ ਦਾ ਮਤਲਬ ਹੈਗਾ ਕਿ ਏਦਾਂ ਨਾ ਲੱਗੇ ਕਿ ਸਟੇਟ, ਕਿਉਂਕਿ ਅਸੀਂ ਇੱਕ ਸੈਕੂਲਰ ਕੰਟਰੀ 'ਚ ਰਹਿ ਰਹੇ ਹਾਂ। ਇੱਕ ਸੈਕੂਲਰ ਕੰਟਰੀ ਦੇ ਵਿੱਚ ਬੇਸ਼ੱਕ ਅੱਜ ਦੀ ਜਿਹੜੀ ਸੈਕੂਲਰਿਜ਼ਮ ਹੈ ਉਹ ਅੰਡਰ ਥ੍ਰੈਟ ਹੈ ਅੱਜ ਦੀ ਸਰਕਾਰ ਵੱਲੋਂ। ਉਹ ਆਪਣੇ ਤਰੀਕੇ ਦੀ ਸੈਕੂਲਰਿਜ਼ਮ ਜਿਹੜੀ ਹੈਗੀ ਹੈ ਉਹ ਸੈਕੂਲਰਿਜ਼ਮ ਨੂੰ ਸੂਡੋ ਸੈਕੂਲਰਿਜ਼ਮ ਕਹਿੰਦੇ ਆ। ਲੇਕਿਨ ਇੱਕ ਸੈਕੂਲਰ ਕੰਟਰੀ 'ਚ ਰਹਿੰਦੇ ਹੋਏ ਸਟੇਟ ਦੀਆਂ ਜਿਹੜੀਆਂ ਪਾਲਿਸੀਜ਼ ਹੈ ਉਹ ਕਿਸੇ ਵੀ ਧਰਮ ਤੋਂ ਪ੍ਰੇਰਿਤ ਨਹੀਂ ਹੋਣੀਆਂ ਚਾਹੀਦੀਆਂ ਜੀ, ਕਿਉਂਕਿ ਇਹਦਾ 2 ਚੀਜ਼ਾਂ ਹੈਗੀਆਂ ਸੈਕੂਲਰਿਜ਼ਮ ਦੇ ਵਿੱਚ ਕਿ ਸਾਰੇ ਧਰਮ ਜਿਹੜੇ ਹੈਗੇ ਆ ਸਮਾਨ ਹੈ ਔਰ ਸਟੇਟ ਦਾ ਕੋਈ ਧਰਮ ਨਹੀਂ ਹੈ। ਤਾਂ ਜੇ ਸਟੇਟ ਦਾ ਕੋਈ ਧਰਮ ਨਹੀਂ ਹੈ ਤਾਂ ਸਟੇਟ ਨੈਚੁਰਲੀ ਸਾਰਿਆਂ ਨਾਲ ਬਰਾਬਰ ਦਾ ਉਹ ਕਰੋ, ਚਾਹੇ ਉਹ ਜਨੇਊ ਕਿਰਪਾਨ ਜਾਂ ਹੋਰ ਚੀਜ਼ ਦਾ ਮਸਲਾ ਹੋਵੇ, ਚਾਹੇ ਕੋਈ ਵੀ ਚੀਜ਼ ਹੋਵੇ, ਉਹਦੇ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ। ਧਰਮ ਨੂੰ ਅੱਗੇ ਲਿਆ ਕੇ ਪਾਲਿਸੀ ਮੇਕਿੰਗ ਨਹੀਂ ਕਰਨੀ ਚਾਹੀਦੀ ਕਿਸੇ ਵੀ ਸਟੇਟ ਨੂੰ, ਖਾਸ ਤੌਰ ਪਰ ਜੇ ਸੈਕੂਲਰ ਸਟੇਟ ਹੈ ਔਰ ਇੰਡੀਆ ਇੱਕ ਸੈਕੂਲਰ ਸਟੇਟ ਹੈ।
ਪਰ ਮੌਜੂਦਾ ਸਿਆਸਤ ਤਾਂ ਇਦਾਂ ਹੀ ਲੱਗਦੀ ਹੈ ਕਿ ਇਹਨਾਂ ਨੂੰ ਧਰਮ ਨਿਰਪੱਖਤਾ ਤੱਕ ਕੋਈ ਮਤਲਬ ਨਹੀਂ, ਇਹਨਾਂ ਨੂੰ ਸਿਰਫ ਬਹੁ ਗਿਣਤੀਵਾਦ ਤੱਕ ਮਤਲਬ ਹੈ ਕਿ ਸਾਡਾ ਵੋਟ ਬੈਂਕ ਕਿੱਧਰ ਵਧੇਰੇ ਬਣਦਾ, ਅਸੀਂ ਉਸ ਪਾਸੇ ਵੱਲ ਨੂੰ ਝੁਕੀਏ। ਮੇਰਾ ਦੇਖੋ ਗੱਲ ਇਹ ਹੈਗੀ ਹੈ ਕਿ ਆਪਣੇ ਸੁਖਵਿੰਦਰ ਜੀ, ਕਾਂਗਰਸ ਦੇ ਉੱਪਰ ਲੈਫਟ ਪਾਰਟੀਆਂ ਦੇ ਉੱਪਰ ਇਲਜ਼ਾਮ ਲਾਇਆ ਜਾਂਦਾ ਸੀਗਾ ਕਿ ਇਹ ਮਾਈਨੋਰਿਟੀ ਅਪੀਜ਼ਮੈਂਟ ਕਰਦੇ ਆ, ਮੁਸਲਮਾਨਾਂ ਦੀ ਅਪੀਜ਼ਮੈਂਟ ਕਰਦੇ ਆ। ਕਦੇ ਸ਼ਾਹਬਾਨੋ ਦਾ ਕੇਸ ਅੱਗੇ ਲਿਆਂਦਾ, ਕਦੇ ਹਜ ਸਬਸਿਡੀ ਅੱਗੇ ਲਿਆਂਦੀ। ਲੇਕਿਨ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਮੈਜੋਰਿਟੀ ਅਪੀਜ਼ਮੈਂਟ ਕਰ ਰਹੀ ਹੈ। ਉਹਨੂੰ ਪਤਾ ਹੈ ਕਿ ਮੈਜੋਰਿਟੀ ਨੂੰ ਨਾਲ ਰੱਖਣ ਵਾਸਤੇ ਸਾਨੂੰ ਕਦੇ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਗੁਫਾ 'ਚ ਜਾ ਕੇ ਮੈਡੀਟੇਸ਼ਨ ਕਰਦਾ ਹੈ, ਕਦੇ ਕਿਸੇ ਮੰਦਿਰ ਦੇ ਵਿੱਚ, ਕਦੇ ਕਿਸੇ ਉਹਦੇ ਵਿੱਚ। ਐਜ਼ ਏ ਪ੍ਰਾਈਮ ਮਿਨਿਸਟਰ ਤੁਸੀਂ ਇੱਕ ਸੈਕੂਲਰ ਸਟੇਟ ਨੂੰ ਜਦ ਰਿਪਰੈਜ਼ੈਂਟ ਕਰਦੇ ਹੋ ਤਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਐਜ਼ ਏ ਇੰਡੀਵਿਜੂਅਲ ਤੁਸੀਂ ਕੁਝ ਵੀ ਕਰੋ, ਵਿਅਕਤੀਗਤ ਰੂਪ ਦੇ ਵਿੱਚ ਤੁਸੀਂ ਕੁਝ ਵੀ ਕਰੋ, ਹਰ ਇੱਕ ਵਿਅਕਤੀ ਨੂੰ ਪੂਰੀ ਫ੍ਰੀडम ਹੈ। ਲੇਕਿਨ ਜਦ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਇਹ ਧਾਰਮਿਕ ਸਾਰੀਆਂ ਗੱਲਾਂ ਕਰਦਾ ਹੈ ਤਾਂ ਇਸ ਤਰੀਕੇ ਦੇ ਨਾਲ ਆਂਸ਼ਿਕ ਰੂਪ 'ਚ ਤੁਸੀਂ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਾਡੇ ਸਟੇਟ ਦਾ ਇਹ ਧਰਮ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਹੁਣ ਆਈਆਂ, ਖਾਸ ਤੌਰ ਪਰ 2014 ਤੋਂ ਬਾਅਦ। ਇਹ ਚੀਜ਼ ਨੂੰ ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ ਔਰ ਇਹ ਸੋਚਣਾ ਵੀ ਚਾਹੀਦਾ ਹੈ ਕਿ ਬਿਨਾਂ ਸੈਕੂਲਰਿਜ਼ਮ ਤੇ ਇਸ ਸਟੇਟ ਦਾ ਗੁਜ਼ਾਰਾ ਨਹੀਂ ਹੈ। ਜਿੱਥੇ 15 ਤੋਂ 20% ਮੁਸਲਮਾਨ ਬੈਠਾ ਹੋਵੇ, ਕ੍ਰਿਸਚੀਅਨ ਹੋਣ, ਆਦੀਵਾਸੀ ਹੋਣ, ਡਿਫਰੈਂਟ ਕਾਸਟਸ ਹੋਣ, ਉੱਥੇ ਤੁਸੀਂ ਕਿਸੇ ਇੱਕ ਧਰਮ, ਕਿਸੇ ਇੱਕ ਜਾਤੀ, ਕਿਸੇ ਇੱਕ ਸੋਚ ਨੂੰ ਸਾਰਿਆਂ ਦੇ ਉੱਪਰ ਲਾਗੂ ਨਹੀਂ ਕਰ ਸਕਦੇ ਔਰ ਨਾ ਹੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਗਰ ਤੁਸੀਂ ਲਾਗੂ ਕਰਦੇ ਹੋ ਤਾਂ ਉਹਦੇ ਨਤੀਜੇ ਜਿਹੜੇ ਹੈਗੇ ਆ ਉਹ ਕਾਊਂਟਰ ਪ੍ਰੋਡਕਟਿਵ ਹੁੰਦੇ ਆ, ਉਲਟੇ ਨਿਕਲਦੇ ਆ। ਉਹਦੇ ਨਾਲ ਸਮਾਜ ਦੇ ਵਿੱਚ ਇੰਤਸ਼ਾਰ, ਸਮਾਜ ਦੇ ਵਿੱਚ ਲੜਾਈ ਝਗੜਾ, ਸਮਾਜ ਦੇ ਵਿੱਚ ਟੈਨਸ਼ਨਸ ਪੈਦਾ ਹੁੰਦੀਆਂ ਜਿਹੜੀਆਂ ਕਿ ਸਟੇਟ ਵਾਸਤੇ ਠੀਕ ਨਹੀਂ ਹਨ। ਅਗਰ ਆਪਾਂ ਇਸ ਤਰ੍ਹਾਂ ਦੇ ਕੰਮ ਕਰਦੇ ਹਾਂ ਤਾਂ ਇੱਕ ਤਰ੍ਹਾਂ ਆਪਾਂ ਐਂਟੀ ਨੈਸ਼ਨਲ ਕੰਮ ਕਰ ਰਹੇ ਹਾਂ ਜੀ। ਇਹਦਾ ਸਮਾਜ ਨੂੰ ਵੀ ਵੈਸੇ ਮੈਨੂੰ ਲੱਗਦਾ ਖਾਲਿਦ ਸਾਹਿਬ ਸੋਚਣਾ ਚਾਹੀਦਾ ਹੈ ਕਿ ਸਾਡੇ ਆਲੇ ਦੁਆਲੇ ਸਾਨੂੰ ਕਿਸ ਤਰੀਕੇ ਦੇ ਨਾਲ ਤੋੜਿਆ ਜਾ ਰਿਹਾ ਹੈ। ਸਾਡੇ ਵਿੱਚ ਫਿਰਕੂਵਾਦ, ਫਾਸ਼ੀਵਾਦ ਦੀ ਸਿਆਸਤ ਪੈਦਾ ਕੀਤੀ ਜਾਂਦੀ ਹੈ। ਸਾਨੂੰ ਇੱਕ ਵੱਖਰੇ ਜਿਹੜਾ ਉਹ ਮਤਲਬ ਕਿ ਗਰਦਾਨਿਆ ਜਾਂਦਾ ਹੈ ਕਿ ਇਹ ਤੁਹਾਡੇ ਤੋਂ ਉੱਚੇ ਨੇ ਜਾਂ ਤੁਸੀਂ ਇਹਨਾਂ ਤੋਂ ਉੱਚੇ ਹੋ, ਇਹ ਤੁਹਾਡੇ ਤੋਂ ਨੀਵੇਂ ਨੇ। ਇਸ ਤਰ੍ਹਾਂ ਦਾ ਜਦੋਂ ਮਾਹੌਲ ਪੈਦਾ ਹੁੰਦਾ ਤਾਂ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਨਿਗਾਰ ਸਾਹਮਣੇ ਆਉਂਦਾ। ਮੈਂ ਆਖਰੀ ਦੇਖੋ ਕੋਸ਼ਿਸ਼ ਇਹੀ ਹੋ ਰਹੀ ਹੈ, ਕੋਸ਼ਿਸ਼ ਇਹ ਹੋ ਰਹੀ ਹੈ, ਸਾਨੂੰ ਸਾਰਿਆਂ ਦਾ ਫਰਜ਼ ਹੈ ਕਿ ਉਹਨੂੰ ਆਪਾਂ ਕਾਊਂਟਰ ਕਰੀਏ। ਹਾਂ ਬਿਲਕੁਲ। ਖਾਲਿਦ ਸਾਹਿਬ, ਮੇਰਾ ਆਖਰੀ ਸਵਾਲ ਜਿਹੜਾ ਉਹ ਇਸੇ ਤੇ ਆ ਕੇ ਜੁੜਦਾ ਕਿ ਜਦੋਂ ਗੱਲ ਆਉਂਦੀ ਹੈ ਮਹਾਰਾਸ਼ਟਰ ਦੀ ਖਬਰ ਤੁਸੀਂ ਦੇਖੀ ਹੋਣੀ ਕਿ ਉੱਥੇ ਦਹੀਂ ਹਾਂਡੀ ਜਿਹੜੀ ਜਨਮ ਅਸ਼ਟਮੀ ਦੇ ਮੌਕੇ ਦੇ ਉੱਤੇ ਫੋੜੀ ਜਾਂਦੀ ਹੈ, ਝੁੰਡ ਬਣਾ ਕੇ ਚੜ੍ਹਦੇ ਨੇ ਲੈ ਕੇ। ਹੁਣ ਜਦੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਥੇ ਭਾਵੇਂ ਬਹੁਤ ਵੱਡਾ ਸਿਆਸੀ ਪਲਟਾ ਹੋਇਆ, ਬੀਜੇਪੀ ਦੇ ਨਾਲ ਰਲ ਕੇ ਏਕਨਾਥ ਸ਼ਿੰਦੇ ਹੋਰਾਂ ਨੇ ਕੀਤਾ, ਪਰ ਉਹਨੂੰ ਲੈ ਕੇ ਬਹੁਤ ਸਵਾਲ ਖੜੇ ਹੋ ਰਹੇ ਨੇ। ਉਹ ਕਹਿੰਦੇ ਅਸੀਂ ਸਰਕਾਰੀ ਨੌਕਰੀ ਦੇਾਂਗੇ ਜਿਹੜੇ ਦਹੀਂ ਹਾਂਡੀ ਫੋੜਦੇ ਨੇ। ਕੱਲ ਨੂੰ ਜਿਹੜੇ ਨਿਸ਼ਾਨ ਸਾਹਿਬ ਚੜਾਉਂਦੇ ਨੇ ਜਾਂ ਗੱਤਕਾ ਖੇਡਦੇ ਨੇ ਜਾਂ ਕਿਸੇ ਵੀ ਧਰਮ ਦੀ ਰੋਹ ਰੀਤ ਨਿਭਾਉਂਦੇ ਨੇ, ਉਹਨਾਂ ਨੇ ਵੀ ਕਹਿਣਾ ਕਿ ਸਾਨੂੰ ਵੀ ਨੌਕਰੀ ਦਿਓ ਜੀ। ਤੇ ਜਿਹੜੇ ਰਹਿ ਗਏ, ਜਿਹੜੇ ਪਹਿਲਾਂ ਫੋੜਦੇ ਰਹੇ ਨੇ, ਉਹਨਾਂ ਨੇ ਕਹਿਣਾ ਕਿ ਅਸੀਂ ਤਾਂ ਰਹਿ ਗਏ ਜੀ। ਦੇਖੋ ਇਦਾਂ ਹੈਗਾ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਹੁਣ ਬਣੀ ਹੈ, ਏਕਨਾਥ ਸ਼ਿੰਦੇ ਦੀ ਸਰਕਾਰ, ਉਹ ਜਾਂ ਤਾਂ ਐਮਐਲਏ ਨੂੰ ਡਰਾ ਕੇ ਬਣੀ ਹੈ ਜਾਂ ਐਮਐਲਏ ਨੂੰ ਪ੍ਰਲੋਭਨ ਦੇ ਕੇ ਬਣੀ ਹੈ। ਦੋਨਾਂ ਚੋਂ ਕੋਈ ਵੀ ਕੰਮ ਹੈ। ਅਦਰਵਾਈਜ਼ ਕੋਈ ਵੀ ਐਮਐਲਏ ਜਿਹੜਾ 20 25 30 ਸਾਲ ਤੋਂ ਇੱਕ ਪਾਰਟੀ ਨਾਲ ਜੁੜਿਆ ਹੋਵੇ ਉਹ ਇੰਨੀ ਜਲਦੀ ਪਾਰਟੀ ਛੱਡਦਾ ਨਹੀਂ ਹੁੰਦਾ। ਉਹਨਾਂ ਨੂੰ ਕਾਫੀ ਅੱਛੀ ਤਕੜੀ ਇੰਡਿਊਸਮੈਂਟ ਮਿਲੀ ਹੈ ਜਿਹਦੀ ਵਜ੍ਹਾ ਕਰਕੇ ਇਹ ਪਲਟਾ ਹੋਇਆ। ਹੁਣ ਉਹ ਸਰਕਾਰ ਦੇ ਵਿੱਚ ਤੁਸੀਂ ਮਾਈਨੋਰਿਟੀ ਦੇ ਵਿੱਚੋਂ ਔਰ ਮੈਜੋਰਿਟੀ ਜਿਹੜੀ ਹੈਗੀ ਬੀਜੇਪੀ ਦੀ ਹੈ ਤੇ ਨੈਚੁਰਲੀ ਬੀਜੇਪੀ ਦੀ ਗੱਲ ਜ਼ਿਆਦਾ ਮੰਨੀ ਜਾਊਗੀ। ਦੂਸਰੀ ਗੱਲ ਇਹ ਹੈਗੀ ਹੈ ਕਿ ਇਸ ਤਰ੍ਹਾਂ ਦੀਆਂ ਸਰਕਾਰਾਂ ਜਿਨ੍ਹਾਂ ਦੇ ਥੱਲੇ ਇੰਨਾ ਵੱਡਾ ਬੇਸ ਨਹੀਂ ਹੈ, ਉਹਨਾਂ ਨੂੰ ਪਤਾ ਹੈ ਕਿ ਅਸੀਂ ਗਲਤ ਕਰਕੇ, ਗਲਤ ਤਰੀਕੇ ਦੇ ਨਾਲ ਇਹ ਸਾਰੀ ਸਰਕਾਰ ਬਣਾਈ ਹੈ, ਫਿਰ ਉਹ ਫੈਸਲੇ ਵੀ ਉਲਟੇ ਸਿੱਧੇ ਲੈਂਦੇ ਆ। ਦੇਖੋ ਤੁਸੀਂ ਗੋਬਿੰਦਾ ਦਾ ਮਸਲਾ ਉਠਾਇਆ ਹੈ, ਉੱਥੇ ਜਿਹੜੀ ਦਹੀਂ ਹਾਂਡੀ ਫੋੜੀ ਜਾਂਦੀ ਹੈ, ਉਹਨਾਂ ਨੂੰ ਕਹਿੰਦੇ ਜੀ ਅਸੀਂ ਉਹਨੂੰ ਇੱਕ ਸਪੋਰਟਸ ਮੰਨਾਂਗੇ। ਹੁਣ ਜੇ ਤੁਸੀਂ ਉਹਨੂੰ ਸਪੋਰਟਸ ਮੰਨੋਗੇ ਜਾਂ ਉਹਨੂੰ ਰਿਲੀਜਨ ਦਾ ਪਾਰਟ ਮੰਨੋਗੇ, ਅਗਰ ਰਿਲੀਜਨ ਦਾ ਪਾਰਟ ਮੰਨੋਗੇ ਤਾਂ ਉਹ ਸਪੋਰਟ ਨਹੀਂ ਹੈ, ਅਗਰ ਸਪੋਰਟ ਮੰਨੋਗੇ ਤਾਂ ਰਿਲੀਜਨ ਦਾ ਪਾਰਟ ਨਹੀਂ ਹੈ। ਪਹਿਲੀ ਚੀਜ਼।
ਦੂਸਰੀ ਗੱਲ ਇਹ ਹੈਗੀ ਹੈ ਕਿ ਜੋ ਤੁਸੀਂ ਸਪੋਰਟਸ ਮੰਨਦੇ ਆ, ਉਹ ਕਹਿੰਦੇ ਸਪੋਰਟਸ ਮੰਨ ਕੇ ਅਸੀਂ ਹੋ ਸਕਦਾ ਇਹਨਾਂ ਨੂੰ ਨੌਕਰੀਆਂ ਦੇਣ ਦੀ ਵੀ ਗੱਲ ਕਰ ਰਹੇ ਹਾਂ ਕਿ ਇਹਨਾਂ ਨੂੰ ਅਸੀਂ ਨੌਕਰੀਆਂ ਦਿਆਂਗੇ। ਨੌਕਰੀਆਂ ਜਿਹੜੀਆਂ ਹੈਗੀਆਂ, ਹਰ ਨੌਕਰੀ ਵਾਸਤੇ ਕੋਈ ਨਾ ਕੋਈ ਕਾਬਲੀਅਤ ਹੁੰਦੀ ਹੈ, ਕੋਈ ਐਜੂਕੇਸ਼ਨ ਹੁੰਦੀ ਹੈ, ਕੋਈ ਕੁਆਲੀਫਿਕੇਸ਼ਨ ਹੁੰਦੀ ਹੈ, ਉਹਦਾ ਕੋਈ ਕੰਮ ਹੁੰਦਾ। ਸਾਲ ਦੇ ਵਿੱਚ ਇੱਕ ਵਾਰ ਦਹੀਂ ਹਾਂਡੀ ਫੋੜਨ ਦਾ ਕੰਮ ਦੇਣ ਵਾਸਤੇ ਤਾਂ ਸਪੋਰਟਸਮੈਨ ਨਹੀਂ ਬਣਦਾ ਹੁੰਦਾ। ਨਾ ਹੀ ਉਹਨੂੰ ਕੋਈ ਪਰਮਾਨੈਂਟ ਨੌਕਰੀ ਇਸ ਤਰੀਕੇ ਦੇ ਨਾਲ ਦਿੱਤੀ ਜਾ ਸਕਦੀ ਹੈ, ਖਾਸ ਤੌਰ ਪਰ ਉਸ ਦੇਸ਼ ਦੇ ਵਿੱਚ ਜਿੱਥੇ ਵੈਸੇ ਹੀ ਅਨਐਮਪਲੋਇਮੈਂਟ ਬਹੁਤ ਜ਼ਿਆਦਾ ਇਸ ਵੇਲੇ ਹੈਗੀ ਹੈ, ਜਿੱਥੇ ਵੈਸੇ ਹੀ ਸਰਕਾਰੀ ਨੌਕਰੀਆਂ ਨਹੀਂ ਭਰੀਆਂ ਜਾ ਰਹੀਆਂ। ਤਾਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਇਹ ਇੱਕ ਵਕਤੀ ਤੌਰ ਦੇ ਉੱਪਰ ਇਹ ਸ਼ੋਅ ਕਰਨ ਵਾਸਤੇ ਕਿ ਦੇਖੋ ਅਸੀਂ ਅਸਲੀ ਸ਼ਿਵ ਸੈਨਾ ਅਸੀਂ ਹੈ, ਅਸੀਂ ਹਿੰਦੂਵਾਦੀ ਅਸੀਂ ਹਾਂ। ਉਹ ਚੀਜ਼ ਜਿਹੜੀ ਹੈਗੀ ਹੈ, ਉਹਦੇ ਕਰਕੇ ਇਹ ਜਿਹੇ ਫੈਸਲੇ ਹੋ ਰਹੇ ਹੈ। ਇਹ ਫੈਸਲੇ ਕੋਈ ਦੂਰ ਰਸ ਨਹੀਂ ਹੁੰਦੇ, ਜ਼ਿਆਦਾ ਦੇਰ ਨਹੀਂ ਚੱਲਦੇ। ਕਈ ਫੈਸਲੇ ਉਹਨਾਂ ਨੇ ਪਲਟੇ ਵੀ ਹੈ ਜਿਹੜੇ ਕਿ ਪਿਛਲੀ ਸਰਕਾਰ ਨੇ ਉੱਥੇ ਉद्धਵ ਠਾਕਰੇ ਦੀ ਸਰਕਾਰ ਨੇ ਲੈਤੇ ਸੀਗੇ। ਕਈ ਫੈਸਲੇ ਉਹਨਾਂ ਨੇ ਉਹਨਾਂ ਨੂੰ ਉਲਟਾਇਆ ਵੀ ਹੈ। ਲੇਕਿਨ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਹੁੰਦੀਆਂ ਕਿਉਂਕਿ ਤੁਸੀਂ ਬਦਲੇ ਦੀ ਕਾਰਵਾਈ ਵੀ ਕਰਦੇ ਹੋ, ਤੁਸੀਂ ਆਪਣੀ ਜਿਹੜੀ ਗਿਲਟ ਹੈ ਆਪਣੇ ਅੰਦਰ ਉਹਨੂੰ ਵੀ ਛੁਪਾਉਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਜਿਹਤੋਂ ਕੋਈ ਪ੍ਰਲੋਭਨ ਲੈ ਕੇ ਸਰਕਾਰ ਬਣਾਈ ਹੈ ਉਹਦੇ ਵੀ ਰਿਣੀ ਹੋ, ਉਹਦੇ ਮੁਤਾਬਕ ਵੀ ਫੈਸਲੇ ਕਰਨੇ ਪੈਣਗੇ। ਔਰ ਤੁਸੀਂ ਉਹਨਾਂ ਦੇ ਉੱਪਰ ਡਿਪੈਂਡੈਂਟ ਵੀ ਹੋ ਕਿਉਂਕਿ ਤੁਹਾਡਾ ਆਪਣਾ ਥੱਲੇ ਬੇਸ ਕੋਈ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਚੱਲਣਗੀਆਂ, ਉਹਦਾ ਪਾਰਟ ਹੀ ਹੈ। ਲੇਕਿਨ ਮੈਂ ਇਹਨੂੰ ਕੋਈ ਬਹੁਤ ਸੀਰੀਅਸਲੀ ਨਹੀਂ ਲੈਂਦਾ। ਹਾਂ, ਅਗਰ ਕੱਲ ਨੂੰ ਇਹ ਗੱਲ ਕੀਤੀ ਜਾਂਦੀ ਹੈ ਤਾਂ ਬਾਕੀ ਧਰਮਾਂ ਦੇ ਲੋਕ ਜਿਹੜੇ ਹੈਗੇ ਆ, ਤੁਸੀਂ ਨਿਸ਼ਾਨ ਸਾਹਿਬ ਲਾਉਣ ਵਾਲਿਆਂ ਦੀ ਗੱਲ ਕੀਤੀ ਹੈ, ਜਾਂ ਹੋਰ ਜਿਹੜੇ ਹੈਗੇ ਆ, ਕੋਈ ਕਹੇਗਾ ਜੀ ਮੈਂ ਤਾਂ ਗੁਰਦੁਆਰੇ ਤੇ ਜਾਂ ਮਸਜਿਦ ਤੇ ਗੁੰਬਦ ਸਾਫ਼ ਕਰਦਾ ਸੀਗਾ ਤੇ ਮੈਂ ਤਾਂ ਬਹੁਤ ਤਕੜਾ ਉੱਪਰ ਚੜ ਗਿਆ, ਮੈਨੂੰ ਵੀ ਸਪੋਰਟਸ ਦਾ ਦਰਜਾ ਦਿਓ। ਉਹ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਉੱਠਣਗੀਆਂ ਡੈਫੀਨੇਟਲੀ। ਜੀ ਬਿਲਕੁਲ ਬਿਲकुल, ਇਹ ਇੱਕ ਤਰ੍ਹਾਂ ਦਾ ਘਾਤਕ ਫੈਸਲਾ ਵੀ ਹੋ ਸਕਦਾ ਹੈ ਸਿਆਸੀ ਤੌਰ ਦੇ ਉੱਤੇ। ਜੇ ਅੱਜ ਦੀ ਨੀਂਹ ਧਰਤੀ, ਕੱਲ ਨੂੰ ਕੋਈ ਨਾ ਕੋਈ ਅੱਗੇ ਦੀ ਅੱਗੇ ਵਧਦਿਆਂ ਹਰੇਕ ਸੂਬੇ ਦੇ ਵਿੱਚ ਪੈਰ ਪਸਾਰ ਜਾਣਗੇ। ਆਮ ਆਦਮੀ ਪਾਰਟੀ ਤੇ ਵੀ ਪ੍ਰੈਸ਼ਰ ਬਣ ਸਕਦਾ। ਪੰਜਾਬ 'ਚ ਸਿੱਖ ਬਹੁ ਗਿਣਤੀ ਹੈ ਤੇ ਕਿਤੇ ਇੱਥੇ ਵੀ ਉਹੋ ਜਿਹਾ ਐਲਾਨ ਨਾ ਹੋ ਜੇ। ਪਰ ਜਿਹੜੇ ਕਾਬਲ ਨੇ, ਜਿਨ੍ਹਾਂ ਨੇ ਬਹੁਤ ਪੜ੍ਹਾਈਆਂ ਕੀਤੀਆਂ, PhD ਤੱਕ ਕੀਤੀ ਆ, ਉਸ ਤੋਂ ਵੀ ਉੱਪਰ ਜਾ ਕੇ ਪੜ੍ਹਾਈਆਂ ਕੀਤੀਆਂ, ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਫਿਰ ਇਹੀ ਸਵਾਲ ਉੱਠਦਾ ਹੋਣਾ ਕਿ ਇਹ ਮੁਲਕ ਸਾਡੇ ਰਹਿਣ ਜੋਗਰਾ ਨਹੀਂ। ਇਸੇ ਕਰਕੇ ਬਾਹਰਲੇ ਮੁਲਕਾਂ 'ਚ ਜਾਂਦੇ ਨੇ। ਜੇ ਤੁਸੀਂ ਉਹਨਾਂ ਦੀ ਕਦਰ ਨਹੀਂ ਕਰਦੇ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਮਿਹਰਬਾਨੀ।